ਸ੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਗੁਰ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਲਾਗ ਦੁਆਬੇ ਦੇਸ ਕੇ, ਪਰਬਤ ਬੀਤ ਕਹਾਏ। ਤੈਂ ਟਿਗ ਕਾਗੋ ਪਿੰਡ ਹੋਤੋ, ਖੱਤਰੀ ਗੰਗੂ ਬਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪੈ ਤਾਂ ਗੁਣ ਸਭ ਛਪੇ। ਐਸੇ ਦੀਨ ਦਿਆਲ ਭਗਤ ਵਛਲ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ, ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸੰਧਿਆ ਸਮੇਂ ਦੇ ਸਜੇ ਦੀਵਾਨਾਂ 'ਚ ਇਕੱਤਰ ਹੋਏ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨੇਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰਦੇ। ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਜੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਹੋਣਾ ਨੇ ਲਿਖੀ ਹੈ, ਆਪ ਜੀ ਬਹੁਤ ਹੀ ਸ਼ਰਧਾ ਨਾਲ ਸਤਿਕਾਰ ਨਾਲ ਸਰਵਣ ਕਰ ਰਹੇ। ਇਹ ਗੁਰੂ ਪੰਥ ਦਾ ਇਤਿਹਾਸ ਹੈ, 18ਵੀਂ ਸਦੀ ਦਾ ਇਤਿਹਾਸ। ਕਲਗੀਧਰ ਦੇ ਸੱਚਖੰਡ ਜਾਣ ਤੋਂ ਬਾਅਦ ਕੁਝ ਕੱਚੇ ਪਿੱਲੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ। ਉਹਨਾਂ ਵਿੱਚੋਂ ਇੱਕ ਗੰਗੂ ਸ਼ਾਹੀਏ ਵੀ ਸੀ। ਗੰਗੂ ਸ਼ਾਹੀਆਂ ਦਾ ਇੱਕ ਗੁਰੂ ਉਸ ਵੇਲੇ ਪੰਥ ਦੇ ਨਾਲ ਬਹਿਸਬਾਜ਼ੀ ਕਰਨ ਦੇ ਵਿੱਚ ਮੂਹਰੇ ਹੁੰਦਾ ਸੀ। ਉਹਦਾ ਨਾਂ ਸੀ ਖੜਗ ਸਿੰਘ। ਇੱਧਰੋਂ ਖਾਲਸੇ ਵਿੱਚੋਂ ਭਾਈ ਮੇਹਰ ਸਿੰਘ ਭੁਜੰਗੀ ਪਿੰਡ ਪਿੰਡ ਜਾ ਕੇ 10 ਸਿੰਘ ਸਨ, ਉਹਨਾਂ ਦੇ ਨਾਲ ਤਿਆਰ ਬਰਤਿਆਰ ਸ਼ਸਤਰਧਾਰੀ ਬਾਣੀ ਬਾਣੇ ਵਿੱਚ ਪਰਪੱਕ ਤੇ ਪ੍ਰਚਾਰ ਕਰਦੇ ਸੀ। ਇੱਕ ਨਗਰ ਦੇ ਵਿੱਚ ਸਰਹੰਦ ਦੇ ਇਲਾਕੇ 'ਚ ਘਟਨਾ ਘਟੀ। ਜਿਹੜਾ ਸਿੱਖ ਸੀ ਉਹ ਅੰਮ੍ਰਿਤਧਾਰੀ ਖੰਡੇ ਦੀ ਪਹੁਲ ਵਿੱਚ ਪਰਪੱਕ ਤੇ ਘਰ ਵਾਲੀ ਉਹਦੀ ਗੰਗੂ ਸ਼ਾਹੀਆਂ ਦੇ ਪਰਿਵਾਰਾਂ 'ਚੋਂ ਸੀ। ਸਿੰਘ ਨੇ ਆਖਿਆ ਕਿ ਆਪਾਂ ਦਸਵੰਧ ਇਕੱਠਾ ਕੀਤਾ, ਭਾਈ ਮੇਹਰ ਸਿੰਘ ਨੂੰ ਘਰ ਸੱਦ ਕੇ ਉਹਨੂੰ ਦਸਵੰਧ ਭੇਟ ਕਰੀਏ, ਨਾਲੇ ਭੋਜਨ ਛਕਾ ਕੇ ਅਰਦਾਸ ਕਰਾਈਏ ਕਿ ਸਾਡੀ ਵਾਹਿਗੁਰੂ ਸੁਣੇ ਤੇ ਸਾਡੇ ਘਰ ਪੁੱਤਰ ਦੀ ਦਾਤ ਸਾਨੂੰ ਪ੍ਰਾਪਤ ਹੋਵੇ, ਤੇ ਨਾਲੇ ਸਮਾਗਮ ਹੋ ਜਾਏਗਾ। ਉਧਰੋਂ ਆਪਣੇ ਪੇਕੇ ਟੱਬਰ ਨੂੰ ਵੀ ਉਸ ਘਰ ਵਾਲੀ ਨੇ ਉਹਦੀ ਨੇ ਸੱਦ ਲਿਆ।
ਉਹ ਆਪਣਾ ਗੁਰੂ ਜਿਹੜਾ ਸੀ ਗੰਗੂ ਸ਼ਾਹੀ ਆ ਉਹਨੂੰ ਵੀ ਨਾਲ ਲੈ ਆਏ। ਇਧਰੋਂ ਭਾਈ ਮੇਹਰ ਸਿੰਘ ਹੋਣੀ ਪਹੁੰਚੇ ਹੋਏ, ਵਿਵਾਦ ਹੋ ਗਿਆ। ਉਹ ਕਥਾ ਆਪ ਜੀ ਨੇ ਵਿਸਥਾਰ ਨਾਲ ਸਰਵਣ ਕੀਤੀ ਹੈ। ਭਾਈ ਮੇਹਰ ਸਿੰਘ ਹੋਣਾ ਨੇ ਆਖਿਆ ਵੀ ਹੁਣ ਇਹ ਫੈਸਲਾ ਕਲਗੀਧਰ ਕਰਨਗੇ ਵੀ ਜੇ ਤੁਹਾਡੇ 'ਚ ਕੋਈ ਕਲਾ ਹੈ ਤਾਂ ਤੁਹਾਡੀ ਅਰਦਾਸ ਨਾਲ ਇਹਦੇ ਘਰ ਪੁੱਤਰ ਹੋਵੇਗਾ, ਤੇ ਜੇ ਪੰਥ ਦੀ ਅਰਦਾਸ ਨਾਲ ਕਲਗੀਧਰ ਨੇ ਕਿਰਪਾ ਕੀਤੀ ਤਾਂ 7ਵੇਂ ਮਹੀਨੇ 'ਚ ਇਹਦੇ ਘਰ 'ਚ ਬਾਲਕ ਦਾ ਜਨਮ ਹੋਵੇਗਾ। ਤੇ ਜੇ ਸਾਲ ਭਰ ਦੇ ਵਿੱਚ ਬਾਲਕ ਦਾ ਜਨਮ ਹੁੰਦਾ ਤੇ ਫਿਰ ਤੁਸੀਂ ਆ ਕੇ ਆਪਣਾ ਇੱਥੇ ਉਹਨੂੰ ਚੇਲਾ ਬਣਾ ਲਿਓ। ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਭਾਈ ਮੇਹਰ ਸਿੰਘ ਨੇ, ਮਹਾਰਾਜ ਆਪਣੇ ਪੰਥ ਦੀ, ਆਪਣੇ ਖਾਲਸੇ ਦੀ ਲਾਜ ਰੱਖੋ, ਆਪਣੇ ਬਿਰਦ ਬਾਣੇ ਦੀ ਲਾਜ ਰੱਖੋ। ਹੁਣ ਖਾਲਸੇ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ, ਸਿੰਘ ਪੰਚਨ ਮੈਂ ਮੋਰੋ ਵਾਸਾ, ਤੇ ਫਿਰ ਭਾਈ ਮੇਹਰ ਸਿੰਘ ਵਰਗੇ ਤਿਆਰ ਬਰਤਿਆਰ ਸਿੰਘ ਸੀ, ਅਰਦਾਸਾ ਪ੍ਰਵਾਨ ਹੋ ਗਿਆ। ਪੰਥ ਦੇ ਬੋਲ ਬਾਲੇ ਹੋਏ, ਗੰਗੂ ਸ਼ਾਹੀਆਂ ਦਾ ਮੂੰਹ ਕਾਲਾ ਹੋਇਆ। ਉਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗ 'ਚ ਸਰਵਣ ਕੀਤੀ। ਹੁਣ ਇਹ ਗੰਗੂ ਸ਼ਾਹ ਜੀ ਕੌਣ ਸੀ? ਇਹਨਾਂ ਤੋਂ ਜਿਨ੍ਹਾਂ ਤੋਂ ਅੱਗੇ ਗੰਗੂ ਸ਼ਾਹੀ ਇਹ ਸੰਪਰਦਾ ਚੱਲੀ ਹੈ, ਇਹਨਾਂ ਦੀ ਇਹ ਜਥੇਬੰਦੀ ਜਿਹੜੀ ਇਹਨਾਂ ਦੀ ਚੱਲੀ ਹੈ, ਉਹ ਇਹਨਾਂ ਦਾ ਵਡੇਰਾ ਸੀ ਗੰਗੂ ਸ਼ਾਹ। ਉਹਦੇ ਤੋਂ ਅੱਗੇ ਗੰਗੂ ਸ਼ਾਹੀਏ ਕਹਾਏ ਨੇ। ਹੁਣ ਇਹ ਗੰਗੂ ਸ਼ਾਹ ਕੌਣ ਸੀ? ਉਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਕਰ ਰਹੇ ਨੇ। ਆਓ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰੀਏ, ਕਿਉਂਕਿ ਇਹ ਗੰਗੂ ਸ਼ਾਹ ਤੀਸਰੇ ਪਾਤਸ਼ਾਹ ਦਾ ਸੇਵਕ ਬਣਿਆ ਸੀ। ਤੋ ਤੀਸਰੇ ਗੁਰਦੇਵ ਦੇ ਚਰਨਾਂ ਵਿੱਚ ਆਪਣੀ ਸੁਰਤ ਬਿਰਤ ਇਕਾਗਰ ਕਰਦੇ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਾਗ ਦੁਆਬੇ ਦੇਸ ਕੇ ਪਰਬਤ ਬੀਤ ਕਹਾਏ। ਗੰਗੂ ਸ਼ਾਹ ਜੀ ਦੁਆਬੇ ਦੇ ਰਹਿਣ ਵਾਲੇ ਸੀ, ਗੜ੍ਹ ਸ਼ੰਕਰ ਦੇ ਇਲਾਕੇ ਦੇ। ਪਰਬਤ ਬੀਤ ਕਹਾਏ ਦਾ ਮਤਲਬ ਹੁੰਦਾ ਵੀ ਦੋ ਦਰਿਆਵਾਂ ਦੇ ਵਿਚਕਾਰ ਦਾ ਜਿਹੜਾ ਇਲਾਕਾ ਦੁਆਬੇ ਦਾ, ਲਾਗ ਦੁਆਬੇ, ਉੱਥੇ ਗੜ੍ਹ ਸ਼ੰਕਰ ਦੇ ਰਹਿਣ ਵਾਲੇ ਸਨ ਗੰਗੂ ਸ਼ਾਹ ਜੀ। ਤੈਂ ਟਿਗ ਕਾਗੋ ਪਿੰਡ ਹੁਤੋ ਖੱਤਰੀ ਗੰਗੂ ਬਸਾਏ। ਗੜ੍ਹ ਸ਼ੰਕਰ ਦੇ ਨੇੜੇ ਇੱਕ ਪਿੰਡ ਹੈ ਕਾਗੋ, ਉਸ ਪਿੰਡ ਦੇ ਰਹਿਣ ਵਾਲੇ ਸਨ। ਤੇ ਗੰਗੂ ਬਾਸੀ ਇਹਨਾਂ ਦਾ ਗੋਤ ਸੀ, ਬਸੀ ਜਿਵੇਂ ਖੱਤਰੀਆਂ ਦਾ ਗੋਤ ਹੁੰਦਾ, ਉਸ ਗੋਤਰ ਦੇ ਧਾਰਨੀ ਸਨ। ਚੌਪਈ ਉਸ ਪੈ ਰਿਜਕ ਹੁਤੋ ਅਤ ਥੋੜੋ। ਘਰ 'ਚ ਗਰੀਬੀ ਸੀ, ਰਿਜਕ ਨਹੀਂ ਸੀ ਗੰਗੂ ਸ਼ਾਹ ਜੀ ਦੇ ਪਾਸ। ਸਮੇਂ ਸਮੇਂ ਸਿਰ ਭੋਜਨ ਨਹੀਂ ਸੀ ਮਿਲਦਾ, ਕਦੇ ਮਿਲ ਜਾਣਾ ਕਦੇ ਨਾ ਮਿਲਣਾ। ਅੱਤ ਦੀ ਕੰਗਾਲੀ ਸੀ ਘਰ ਵਿੱਚ। ਸੋ ਬਾਂਦ ਡਗੀ ਚੋ ਗਿਰਦੇ ਦੌੜੇ। ਇਹ ਥੋੜੀ ਬਹੁਤੀ ਜਿਹੜੀ ਰਸਤ ਬਸਤ ਹੁੰਦੀ ਹੈ, ਇਹ ਡੱਗੀ 'ਚ ਬੰਨ ਕੇ ਤੇ ਪੋਟਲੀ 'ਚ ਬੰਨ ਕੇ ਤੇ ਦੌੜ ਪੈਂਦਾ, ਜਿੱਥੋਂ ਮਿਲਦਾ ਉਥੋਂ ਡੱਗੀ 'ਚ ਬੰਨ ਕੇ ਚੱਲ ਪੈਂਦਾ। ਤਵ ਸੰਗਤ ਤੀ ਗੁਰ ਟਿਗ ਜਾਵਤ। ਥੋੜਾ ਜਿਹਾ ਰਾਸ਼ਨ, ਥੋੜੀ ਜਿਹੀ ਰਸਤ ਬਸਤ ਸੀ ਇਹਦੇ ਕੋਲ। ਉਹ ਡੱਗੀ ਵਿੱਚ ਬੱਧੀ ਹੋਈ, ਡੱਗੀ ਦਾ ਮਤਲਬ ਹੁੰਦਾ ਵੀ ਜਿਵੇਂ ਗੰਢ ਜੀ ਪਿੱਠ ਤੇ ਬੰਨ ਕੇ ਰੱਖ ਲੈਂਦੇ, ਬੁਚਕੀ ਜੀ ਬਣਾ ਕੇ ਤੇ ਝੋਲੀ ਜੀ ਬਣਾ ਕੇ ਉਹਦੇ 'ਚ ਪਾਇਆ ਹੋਇਆ। ਤੇ ਵੇਖਿਆ ਕਿ ਸੰਗਤ ਜਾ ਰਹੀ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਤੋ ਸੰਗਤ ਜਾਂਦੀ ਇਹਨੇ ਵੇਖੀ। ਭਾਈ ਪੇਟ ਤਿਸ ਫੇਰੋ ਪਾਵਤ। ਇਹਦਾ ਉਹ ਸੰਗਤ ਦੇ ਨਾਲ ਮੇਲ ਹੋ ਗਿਆ। ਇਹ ਤਾਂ ਟੁਰਿਆ ਫਿਰਦਾ ਸੀ ਤੇ ਫੇਰੀ ਵੀ ਰਸਤ ਬਸਤ ਇਕੱਠੀ ਵੀ ਕਰਦਾ ਸੀ ਤੇ ਥੋੜੀ ਬਹੁਤੀ ਵੇਚ ਵੀ ਲੈਂਦਾ ਸੀ, ਪਰ ਗਰੀਬੀ ਸੀ। ਇਹਨੇ ਵੇਖਿਆ ਕਿ ਸੰਗਤ ਜਾ ਰਹੀ ਹੈ ਤੇ ਸੰਗਤ ਦੇ ਨਾਲ ਇਹਦਾ ਮੇਲ ਹੋਇਆ। ਤਿਨੇ ਪੁੱਛਿਓ ਤੁਮ ਕਹਾਂ ਸਿਧਾਰੋ। ਸੰਗਤ ਨੂੰ ਰੋਕ ਕੇ ਪੁੱਛਣ ਲੱਗਾ ਗੰਗੂ ਸ਼ਾਹ, ਕਹਿਣ ਲੱਗਾ ਸੰਗਤ ਜੀ ਆਪ ਜੀ ਕਿੱਧਰ ਜਾ ਰਹੇ ਹੋ? ਪ੍ਰੇਮ 'ਚ ਤੁਸੀਂ ਸ਼ਬਦ ਪੜ੍ਹਦੇ ਜਾ ਰਹੇ ਹੋ, ਕੀਰਤਨ ਕਰਦੇ ਜਾ ਰਹੇ ਹੋ, ਤੇ ਕਿੱਥੇ ਜਾ ਰਹੇ ਹੋ? ਸ਼੍ਰੀ ਸਤਿਗੁਰ ਟਿਗ ਉਨੇ ਉਚਾਰੋ। ਸੰਗਤ ਨੇ ਆਖਿਆ ਅਸੀਂ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ।
ਸ਼੍ਰੀ ਸਤਿਗੁਰ ਪੁੱਛਿਓ ਉਨ ਕੈਸੋ। ਉਹਨੇ ਪੁੱਛਿਆ ਵੀ ਤੁਹਾਡੇ ਜਿਹੜੇ ਗੁਰੂ ਨੇ, ਗੁਰੂ ਅਮਰਦਾਸ ਜੀ, ਉਹ ਕਿਹੋ ਜਿਹੇ ਨੇ? ਗੰਗੂ ਸ਼ਾਹ ਪੁੱਛਦਾ ਸੰਗਤ ਨੂੰ, ਉਹ ਕੈਸੇ ਹਨ? ਮੁਕਤ ਭੁਗਤ ਦੇਨ ਜੋਗੇ ਕੈਸੋ। ਕਿ ਉਹ ਮੁਕਤੀ ਤੇ ਭੁਗਤੀ ਦੋਵੇਂ ਦਿੰਦੇ ਨੇ। ਗੁਰੂ ਤਾਂ ਉਹ ਹੁੰਦਾ ਨਾ ਜਿਹੜਾ ਮੁਕਤੀ ਤੇ ਭੁਗਤੀ ਦੋਵੇਂ ਦੇ ਦੇ। ਗੰਗੂ ਸ਼ਾਹ ਪੁੱਛਦਾ ਹੈ ਸੰਗਤ ਨੂੰ ਕਿ ਜਿਹੜੇ ਗੁਰੂ ਦੇ ਦਰਸ਼ਨਾਂ ਨੂੰ ਤੁਸੀਂ ਚੱਲੇ ਹੋ, ਕਿ ਉਹ ਗੁਰੂ ਮੁਕਤੀ ਤੇ ਭੁਗਤੀ ਦੋਵੇਂ ਦਿੰਦਾ ਕਿ ਨਹੀਂ? ਮੁਕਤ ਲੋੜ ਆਮ ਕੋ ਕੁਛ ਨਾਈ। ਕਹਿੰਦਾ ਵੀ ਮੁਕਤੀ ਦੀ ਤੇ ਮੈਨੂੰ ਕੋਈ ਲੋੜ ਨਹੀਂ, ਵੀ ਜੇ ਦਿੰਦੇ ਵੀ ਨੇ ਮੁਕਤੀ ਭੁਗਤੀ, ਤੇ ਗੰਗੂ ਸ਼ਾਹ ਕਹਿੰਦਾ ਮੈਨੂੰ ਮੁਕਤੀ ਦੀ ਕੋਈ ਲੋੜ ਨਹੀਂ। ਭੁਗਤ ਦਿਵਾਵੋ ਤੋ ਸੰਗ ਜਾਈ। ਆ ਜੇ ਭੁਗਤ ਦੇ ਦੇਣ, ਯਾਨੀ ਕਿ ਸੰਸਾਰ ਦੇ ਪਦਾਰਥ ਦੇ ਦੇਣ, ਮਾਇਆ ਦੇ ਗੱਫੇ ਮਿਲ ਜਾਣ, ਲੰਗਰ ਪ੍ਰਸ਼ਾਦਾ ਵਧੀਆ ਮਿਲ ਜਾਏ ਘਰ 'ਚ, ਕਹਿੰਦੇ ਫਿਰ ਮੈਨੂੰ ਵੀ ਨਾਲ ਲੈ ਚੱਲੋ। ਸੰਗਤ ਨੂੰ ਕਹਿੰਦਾ ਵੀ ਤੁਹਾਡੇ ਗੁਰੂ ਜਿਹੜੇ ਨੇ, ਜਿਨ੍ਹਾਂ ਦੇ ਦਰਸ਼ਨਾਂ ਨੂੰ ਤੁਸੀਂ ਚੱਲੇ ਹੋ, ਉਹ ਮੁਕਤੀ ਭੁਗਤੀ ਦੇਣ ਯੋਗ ਨੇ। ਮੁਕਤੀ ਦੀ ਮੈਨੂੰ ਲੋੜ ਨਹੀਂ ਹੈ, ਜੇ ਉਹ ਭੁਗਤੀ ਦੇ ਦੇਣ ਤਾਂ ਮੈਨੂੰ ਵੀ ਨਾਲ ਲੈ ਚੱਲੋ। ਉਹਨੇ ਕਿਉ ਉਹਾਂ ਦੋ ਕਨੀ। ਸੰਗਤ ਨੇ ਆਖਿਆ ਭਾਈ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਤਾਂ ਸਭ ਕੁਝ ਹੀ ਹੈ, ਉੱਥੇ ਮੁਕਤੀ ਵੀ ਹੈ, ਉੱਥੇ ਭੁਗਤੀ ਵੀ ਹੈ। ਹਾਂਜੀ, ਦਰਸ਼ਨ ਪਾਵਤ ਹੋਤ ਸੁਤਨੀ। ਉਹਨਾਂ ਦੇ ਦਰਸ਼ਨ ਕੀਤਿਆਂ ਦੋਵੇਂ ਹੀ ਪ੍ਰਾਪਤ ਹੋ ਜਾਂਦੀਆਂ, ਮੰਗਣੀ ਨਹੀਂ ਪੈਂਦੀ, ਨਾ ਮੁਕਤੀ ਨਾ ਭੁਗਤੀ। ਇਹੋ ਜਿਹੇ ਦਿਆਲੂ ਨੇ ਗੁਰੂ ਅਮਰਦਾਸ ਪਾਤਸ਼ਾਹ। ਜਦੋਂ ਦਰਸ਼ਨ ਕਰੀਏ ਨਾ ਉਹਨਾਂ ਦੇ, ਤੇ ਦਰਸ਼ਨ ਕਰਕੇ ਹੀ ਸਭ ਕੁਝ ਮਿਲ ਜਾਂਦਾ। ਤਾਂ ਹੀ ਭੱਟ ਕਹਿੰਦੇ ਨਾ, ਗੁਰੂ ਅਮਰਦਾਸ ਪਰਸਿਆ ਸਿਧ ਸਾਧਕ ਆਸਾਸੈ, ਗੁਰੂ ਅਮਰਦਾਸ ਪਰਸਿਆ ਭੁਪ ਪਾਤਕ ਵਿਨਾਸੈ। ਫਿਰ ਅਖੀਰ 'ਚ ਜਾ ਕੇ ਕਹਿੰਦੇ ਜਾਲ ਪਾਪ ਪਦਾਰਥ ਇਤੜੇ, ਗੁਰੂ ਅਮਰਦਾਸ ਡਿਠੇ ਮਿਲੈ। ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੀਏ ਤੇ ਸਾਰੇ ਫਲ ਮਿਲ ਜਾਂਦੇ ਆ। ਉਹਨਾਂ ਦੇ ਦਰਸ਼ਨ ਕੀਤੇ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਦੀਨ ਹਾਰ ਔਰਨ ਕੋ ਹੋਵੇ। ਇੰਨਾ ਕੁਝ ਮਿਲ ਜਾਂਦਾ ਉਹਨਾਂ ਦੇ ਦਰਸ਼ਨ ਕਰਕੇ ਕਿ ਉਹਨਾਂ ਕੋਲੋਂ ਲੈ ਕੇ ਅੱਗੇ ਦੇਣ ਵਾਲੇ ਬਣ ਜਾਂਦੇ ਆ, ਦਾਤੇ ਬਣ ਜਾਂਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੇਖੋ ਸੰਗਤ ਦੀ ਭਾਵਨਾ ਸਤਿਗੁਰਾਂ ਤੇ। ਗੰਗੂ ਸ਼ਾਹ ਨੂੰ ਕਹਿੰਦੇ ਆ, ਗੰਗੂ ਸ਼ਾਹ ਉਹਨਾਂ ਦੇ ਕੋਲੋਂ ਦਾਨ ਲੈ ਕੇ ਉਹ ਵੀ ਅੱਗੇ ਦਾਨ ਦੇਣ ਜੋਗੇ ਹੋ ਜਾਂਦੇ ਆ। ਇਹੋ ਜਿਹੇ ਦਿਆਲੂ ਨੇ ਉਹ। ਨਿਸ਼ਚੇ ਧਰ ਗੁਰ ਚਰਨਨ ਜੋਵੇਂ। ਜਿਹੜੇ ਮਨ 'ਚ ਨਿਸ਼ਚਾ ਧਾਰਨ ਕਰਕੇ ਉਹਨਾਂ ਦੇ ਚਰਨਾਂ ਦੇ ਉੱਤੇ ਜਾ ਕੇ ਨਮਸਕਾਰ ਕਰਦੇ ਹਨ। ਉਹਨੇ ਕਿਉ ਮੋਪੈ ਭੇਟ ਨਾਈ। ਉਹਨਾਂ ਦੇ ਕੋਲੋਂ ਸਭ ਕੁਝ ਲੈ ਲੈਂਦੇ ਆ। ਫਿਰ ਅੱਗੋਂ ਗੰਗੂ ਬੋਲਿਆ, ਕਹਿਣ ਲੱਗਾ ਮਹਾਰਾਜ ਜਿਹੜੇ ਗੁਰੂ ਦਾ ਤੁਸੀਂ ਇੰਨਾ ਜਸ ਕਰਦੇ ਹੋ, ਵਡਿਆਈ ਕਰਦੇ ਹੋ, ਵੀ ਮੇਰੇ ਕੋਲ ਤਾਂ ਭੇਟਾ ਕੋਈ ਨਹੀਂ ਉਹਨਾਂ ਨੂੰ ਦੇਣ ਨੂੰ, ਤੇ ਮੈਂ ਉਹਨਾਂ ਨੂੰ ਭੇਟ ਕੀ ਕਰਾਂਗਾ? ਗੰਗੂ ਕਹਿੰਦਾ ਜੀ ਮੇਰੇ ਕੋਲ ਤਾਂ ਭੇਟਾ ਕੋਈ ਨਹੀਂ, ਤੇ ਮੈਂ ਉਹਨਾਂ ਨੂੰ ਭੇਟ ਕਿਵੇਂ ਕਰਾਂਗਾ? ਕਿਮ ਕਰ ਮਸਤਕ ਚਰਨ ਛੁਹਾਈ। ਮੈਂ ਉਹਨਾਂ ਦੇ ਚਰਨਾਂ 'ਚ ਕਿਵੇਂ ਮਸਤਕ ਛੁਹਾਵਾਂਗਾ? ਕਿਉਂਕਿ ਗੁਰੂ ਪੀਰ ਨੇ, ਤੇ ਗੁਰੂ ਪੀਰਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੁਝ ਨਾ ਕੁਝ ਭੇਟ ਕਰਨੀ ਚਾਹੀਦੀ ਹੈ। ਮੈਂ ਜੇ ਤੁਹਾਡੇ ਨਾਲ ਚੱਲਾਂ ਤੇ ਉਹਨਾਂ ਨੂੰ ਭੇਟਾ ਕੀ ਕਰਾਂਗਾ? ਦੋਹਰਾ ਔਰ ਕਿਉ ਨ ਮੋਏ ਪੈ ਖਰਚ ਖਾਨ ਕੋ ਨਾਏ। ਮੇਰੇ ਕੋਲ ਤਾਂ ਭੇਟਾ ਕੋਈ ਨਹੀਂ, ਤੇ ਦੱਸੋ ਵੀ ਮੈਂ ਕਿਵੇਂ ਚੱਲਾਂ ਨਾਲ? ਹੋਰ ਦੀ ਤਾਂ ਪਾਸੇ ਰਹੀ, ਮੇਰੇ ਕੋਲ ਤਾਂ ਖਾਣ ਨੂੰ ਵੀ ਖਰਚ ਕੋਈ ਨਹੀਂ। ਸਿੱਖਨ ਕਿਉ ਤੋਏ ਹੋਏ ਆਵ ਗੁਜ਼ਾਰੋ ਔਰ ਖੁਲਾਏ। ਸਿੱਖਾਂ ਨੇ ਆਖਿਆ ਚੱਲ ਭਾਈ ਖਾਣ ਦਾ ਫਿਕਰ ਨਾ ਕਰ, ਤੂੰ ਸਾਡੇ ਨਾਲ ਚੱਲ, ਜੋ ਅਸੀਂ ਛਕਾਂਗੇ ਰਸਤੇ 'ਚ ਤੈਨੂੰ ਵੀ ਛਕਾ ਦੇਾਂਗੇ। ਇਹਨੇ ਆਖਿਆ ਵੀ ਸਫ਼ਰ ਵਿੱਚ ਜਾਣ ਵਾਸਤੇ ਮੇਰੇ ਕੋਲ ਕੁਝ ਹੈ ਨਹੀਂ ਖਰਚਾ, ਭੇਟਾ ਦੇਣ ਨੂੰ ਵੀ ਕੁਝ ਨਹੀਂ। ਸੰਗਤ ਨੇ ਆਖਿਆ ਵੀ ਤੂੰ ਚੱਲ ਸਾਡੇ ਨਾਲ, ਲੰਗਰ ਪ੍ਰਸ਼ਾਦਾ ਉੱਥੇ ਤਾਂ ਮਿਲ ਹੀ ਜਾਣਾ, ਤੂੰ ਜਿੱਥੇ ਜਾਣਾ ਸਤਿਗੁਰਾਂ ਦੇ ਚਰਨਾਂ 'ਚ, ਤੇ ਰਸਤੇ ਵਿੱਚ ਵੀ ਜਿਹੜੀ ਤੈਨੂੰ ਲੋੜ ਹੋਵੇਗੀ ਸਾਡੇ ਨਾਲ ਰਲ ਕੇ ਲੈ ਲਵੇਂ। ਚੋਪਈ ਸੋ ਸੁਨ ਸਾਥ ਉਹਨੇ ਕੇ ਰਲਾ। ਇਹ ਸੁਣ ਕੇ ਗੰਗੂ ਸ਼ਾਹ ਜੀ ਸੰਗਤ ਦੇ ਨਾਲ ਮਿਲ ਕੇ ਚੱਲ ਪਏ। ਪਹੁੰਚਿਓ ਗੋਇੰਦਵਾਲ ਵੈ ਚਲਾ। ਚਲਦਿਆਂ ਸੰਗਤ ਦੇ ਨਾਲ
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ। ਸੰਗਤ ਦਰਸ਼ਨ ਸ੍ਰੀ ਗੁਰ ਪਾਇਓ। ਹੁਣ ਜਿੰਨੀ ਸੰਗਤ ਸੀ ਸਾਰਿਆਂ ਨੇ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ। ਕਰ ਪਰ ਦਖਣਾ ਭੂ ਮਾਥ ਟਿਕਾਇਓ। ਸਾਰੀ ਸੰਗਤ ਨੇ ਸਤਿਗੁਰਾਂ ਦੀ ਪਰਿਕਰਮਾ ਕੀਤੀ ਤੇ ਪਰਿਕਰਮਾ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਧਰ ਪੇਟਾ ਗੁਰ ਬਚਨ ਸੁਨਾਇਓ। ਔਰ ਸਤਿਗੁਰਾਂ ਦੇ ਚਰਨਾਂ ਵਿੱਚ ਯਥਾ ਸ਼ਕਤ ਭੇਟਾਵਾਂ ਭੇਟ ਕਰਕੇ ਸੰਗਤ ਨੇ ਆਪਣੇ ਮਨ ਦੀਆਂ ਕਾਮਨਾਵਾਂ ਸਤਿਗੁਰਾਂ ਕੋਲ ਪ੍ਰਗਟ ਕੀਤੀਆਂ। ਮਨ ਇੱਛਤ ਫਲ ਸੰਗਤ ਪਾਇਓ। ਸਾਰੀ ਸੰਗਤ ਨੂੰ ਸਤਿਗੁਰਾਂ ਦੇ ਕੋਲੋਂ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੋਈ। ਜੋ ਜੋ ਕਿਸੇ ਨੇ ਕਾਮਨਾ ਕੀਤੀ ਸਭ ਦੀਆਂ ਕਾਮਨਾਵਾਂ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪੂਰਨ ਕੀਤੀਆਂ। ਜਿਉਂ ਜਿਉਂ ਸੰਗਤ ਚੜਾਵੇ ਤਨੋ। ਜਿਵੇਂ ਜਿਵੇਂ ਸੰਗਤ ਆਉਂਦੀ ਆ ਸਾਰੇ ਚੜਾਵਾ ਚੜਾਉਂਦੇ ਆ। ਕੋਈ ਬਸਤਰ ਭੇਟਾ ਕਰਦਾ, ਕੋਈ ਮਠਿਆਈ ਲਿਆ ਕੇ ਭੇਟ ਕਰਦਾ, ਕੋਈ ਮੇਵੇ ਭੇਟ ਕਰ ਰਿਹਾ, ਕੋਈ ਮਾਇਆ ਭੇਟ ਕਰ ਰਿਹਾ। ਏਦਾਂ ਸਾਰੀ ਸੰਗਤ ਕਈ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰਦੀਆਂ ਨੇ। ਓਏ ਸ਼ਰਮਿੰਦੋ ਗੰਗੋ ਕਨੋ। ਤੇ ਗੰਗੂ ਸ਼ਾਹ ਪਿੱਛੇ ਖਲੋਤਾ ਕਹਿੰਦਾ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਭੇਟਾ ਕਰਨ ਨੂੰ। ਇਹ ਬੜਾ ਸ਼ਰਮਿੰਦਾ ਹੋ ਰਿਹਾ ਕਿ ਮੈਂ ਹੁਣ ਗੁਰੂ ਸਾਹਿਬ ਨੂੰ ਕੀ ਭੇਟ ਕਰਾਂ। ਉਤੋਂ ਗੰਗੂ ਪੈ ਗੁੜ ਅਤ ਢੀਲਾ। ਇਹਨੇ ਡੱਗੀ ਰੱਖੀ ਸੀ ਨਾ ਆਪਣੇ ਕੋਲ, ਉਹਦੇ ਵਿੱਚ ਥੋੜੀ ਬਹੁਤੀ ਰਸਤ ਜੀ ਸੀ। ਇੱਕ ਢਿੱਲਾ ਜਿਹਾ ਗੁੜ ਦਾ ਭੇਲਾ ਸੀ ਇਹਦੇ ਕੋਲ ਡੱਗੀ ਦੇ ਵਿੱਚ। ਢਿੱਲਾ ਯਾਨੀ ਕਿ ਪਿੰਗਲਿਆ ਜਿਹਾ ਹੋਇਆ। ਉਹ ਛਕਣ ਦੇ ਵੀ ਪੂਰਨ ਤੌਰ ਤੇ ਲਾਇਕ ਨਹੀਂ ਸੀ, ਉਹ ਇਹਦੇ ਕੋਲ ਪਿਆ ਹੋਇਆ ਸੀ। ਧਰ ਨਾ ਸਕੇ ਮੁਖ ਹੋਇਓ ਪੀਲਾ। ਸੋਚਿਆ ਵੀ ਸਾਰੀ ਸੰਗਤ ਵਧੀਆ ਵਧੀਆ ਪਦਾਰਥ ਭੇਟ ਕਰ ਰਹੇ ਨੇ ਸਤਿਗੁਰਾਂ ਨੂੰ, ਤੇ ਮੈਂ ਇਹ ਢਿੱਲਾ ਜਿਹਾ ਗੁੜ ਭੇਟ ਕਰਾਂ ਤੇ ਮੇਰੀ ਇਹਦੇ 'ਚ ਹੇਠ ਹੀ ਹੋਵੇਗੀ। ਸੋਚਦਾ ਮਨ 'ਚ ਸੋਚਦਾ ਵੀ ਮੈਂ ਇਹ ਢਿੱਲਾ ਜਿਹਾ ਗੁੜ ਸਤਿਗੁਰਾਂ ਨੂੰ ਕਿਵੇਂ ਭੇਟ ਕਰਾਂ। ਸੋ ਸਤਿਗੁਰ ਸੇ ਜਾਣੀ ਜਾਣ। ਇਹ ਪਿੱਛੇ ਖਲੋਤਾ ਤੇ ਮੂੰਹ ਇਹਦਾ ਪੀੜਾ ਪਿਆ ਹੋਇਆ ਵੀ ਕਿਵੇਂ ਭੇਟ ਕਰਾਂ, ਮੇਰੇ ਕੋਲ ਹੋਰ ਹੈ ਵੀ ਨਹੀਂ ਕੁਝ। ਜਾਣੀ ਜਾਣ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੰਗੂ ਸ਼ਾਹ ਵੱਲ ਵੇਖਿਆ। ਸੰਸੇਵਾਨ ਸਿੱਖ ਲਿਓ ਪਛਾਣ। ਮਹਾਰਾਜ ਜੀ ਨੇ ਵੇਖਿਆ ਇਹ ਸੇਵਕ ਨਵਾਂ ਆਇਆ ਤੇ ਮਨ 'ਚ ਇਹਦੇ ਸੰਸਾ, ਮਨ 'ਚ ਇਹਦੇ ਸ਼ੰਕਾ। ਪਹਿਲਾਂ ਨਾਂ ਕੱਲਾ ਗੰਗੂ ਹੀ ਸੀ ਇਹਦਾ। ਹਾਂਜੀ, ਕਹਿਓ ਸਤਿਗੁਰ ਸਿੱਖ ਆਗੇ ਆਵੋ। ਮਹਾਰਾਜ ਜੀ ਨੇ ਆਵਾਜ਼ ਮਾਰੀ, ਆਖਿਆ ਆਓ ਗੰਗੂ ਸ਼ਾਹ ਜੀ ਆਓ। ਸਤਿਗੁਰਾਂ ਦੇ ਬਚਨਾਂ ਨਾਲ ਸ਼ਾਹ ਹੋਇਆ ਏ। ਮਹਾਰਾਜ ਜੀ ਕਹਿੰਦੇ ਕਿਉਂ ਪਿੱਛੇ ਖਲੋਤੇ ਹੋ ਚਿੰਤਾ ਕਰਕੇ, ਆ ਜਾਓ ਇੱਧਰ ਸਾਡੇ ਕੋਲ ਅੱਗੇ ਲੰਘ ਆਓ। ਧਰੋ ਭੇਟ ਨੇ ਮਨ ਸੰਕਾਵੋ। ਜਿਹੜੀ ਭੇਟਾ ਹੈ ਤੁਹਾਡੇ ਕੋਲੋਂ ਹਾਜ਼ਰ ਕਰ ਦਿਓ, ਮਨ 'ਚ ਸ਼ੰਕਾ ਨਾ ਕਰੋ ਵੀ ਮੈਂ ਇਹ ਲਾਜਾ ਗੁੜ ਕਿਵੇਂ ਭੇਟ ਕਰਾਂ, ਬਾਕੀ ਸੰਗਤ ਤਾਂ ਵਧੀਆ ਪਦਾਰਥ ਭੇਟ ਕਰ ਰਹੀ ਹੈ। ਮਹਾਰਾਜ ਜੀ ਕਹਿੰਦੇ ਆ ਭਾਈ ਸਿੱਖਾ ਮਨ 'ਚ ਸ਼ੰਕਾ ਨਾ ਕਰ, ਜੋ ਤੇਰੇ ਕੋਲ ਹਾਜ਼ਰ ਹੈ ਉਹ ਭੇਟਾ ਕਰ ਦੇ। ਇਹਾਂ ਸੁਦਾਮੇ ਤੰਦੁਲ ਲੋੜ। ਮਹਾਰਾਜ ਜੀ ਕਹਿੰਦੇ ਇੱਥੇ ਤਾਂ ਸਦਾਮੇ ਦੇ ਤੰਦਲਾਂ ਦੀ ਲੋੜ ਹੁੰਦੀ ਹੈ ਸਿੱਖਾ। ਇੱਥੇ ਨਹੀਂ ਵੇਖਿਆ ਜਾਂਦਾ ਵੀ ਕੌਣ ਕਿੰਨੇ ਪਦਾਰਥ ਲਿਆਇਆ, ਕਿੰਨੀ ਕੁਝ। ਇੱਥੇ ਤਾਂ ਪ੍ਰੇਮ ਭਾਵ ਵੇਖਿਆ ਜਾਂਦਾ। ਕਹਿੰਦੇ ਇੱਥੇ ਤਾਂ ਸਦਾਮੇ ਦੇ ਤੰਦਲਾਂ ਦੀ ਲੋੜ ਹੈ। ਸੁਦਾਮਾ ਜੀ ਗਏ ਨਾ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨਾਂ ਨੂੰ, ਤੇ ਕਹਿਣ ਲੱਗੇ ਭਾਗਵਾਨ ਨੇ ਵੀ ਮੈਂ ਚੱਲਿਆ ਆਪਣੇ ਮਿੱਤਰ ਨੂੰ ਮਿਲਣ, ਤੇ ਸੁਣਿਆ ਬੜਾ ਵੱਡਾ ਰਾਜਾ ਉਹ ਮਥੁਰਾ ਨਰੇਸ਼ ਹੈ, ਤੇ ਖਾਲੀ ਹੱਥ ਜਾਵਾਂ ਤੇ ਚੰਗਾ ਨਹੀਂ। ਗਰੀਬ ਸੀ ਘਰੋਂ, ਦਲਿੱਦਰ ਸੀ। ਘਰ ਵਾਲੀ ਨੇ ਟੁੱਟੇ ਚਾਵਲ ਪਏ ਹੋਏ, ਤੰਦਲ ਉਹਨਾਂ ਨੂੰ ਕਹਿੰਦੇ ਆ, ਕਣ ਜੇ ਨਹੀਂ ਹੁੰਦੇ ਚੋਲਾਂ ਦੇ, ਉਹ ਕਣ ਜਿਹਾ ਜਿਹੜਾ ਦੇ ਦਿੱਤਾ ਵੀ ਆਹ ਲੈ ਜਾਓ। ਲੈ ਕੇ ਟੁਰਿਆ ਤੇ ਜਦੋਂ ਦੁਆਰ ਤੇ ਪਹੁੰਚਿਆ ਤੇ ਉਦੋਂ ਭਗਵਾਨ ਜੀ ਦੌੜੇ ਆਉਣ। ਆ ਕੇ ਸੁਦਾਮੇ ਨੂੰ ਗਲ ਵਕੜੀ 'ਚ ਲੈ ਕੇ ਆਪਣੇ ਸਿੰਘਾਸਣ ਤੇ ਬਿਠਾ ਕੇ ਨਾ ਕਹਿੰਦੇ ਲਿਆ ਜੋ ਮੇਰੀ ਭੇਟਾ ਉਹ ਵੀ ਦੇ। ਬਹਿ ਕੇ ਤੰਦਲ ਚੱਬਣ ਲੱਗ ਪਏ। ਇਹ ਕਥਾ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਵੀ ਲਿਖੀ ਹੈ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ ਸਿੱਖਾ ਇੱਥੇ ਤਾਂ ਸਦਾਮੇ ਦੇ ਤੰਦਲਾਂ ਦੀ ਲੋੜ ਹੈ, ਯਾਨੀ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ। ਪ੍ਰੇਮਾ ਭਗਤੀ ਦੇ ਸਤਿਗੁਰੂ ਜੀ ਭੁੱਖੇ ਨੇ।
ਪਦਾਰਥਾਂ ਦੇ ਨਹੀਂ। ये हमको लाख करोड़। ਆ ਜੋ ਤੂੰ ਲਿਆ ਕੇ ਭੇਟ ਕਰੇਗਾ ਇਹ ਸਾਡੇ ਵਾਸਤੇ ਲੱਖਾਂ ਕਰੋੜਾਂ ਹੈ। दोहरा गुड़ गंगो टिग तर कयो श्री गुर जानी जान। ਗੰਗੋ ਸ਼ਾਹ ਨੇ ਜਾ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁੜ ਰੱਖਿਆ, ਨਾਲੇ ਸਮਝ ਗਿਆ ਵੀ ਸਤਿਗੁਰੂ ਜਾਣੀ ਜਾਣ ਨੇ, ਮੇਰੇ ਮਨ ਦੀ ਸਤਿਗੁਰਾਂ ਨੇ ਬੁੱਝ ਲਈ ਹੈ, ਜਾਣ ਲਿਆ। ਪਿੱਛੇ ਖਲੋਤੇ ਨੂੰ ਵੇਖ ਕੇ ਆਵਾਜ਼ ਮਾਰ ਕੇ ਆਪਣੇ ਕੋਲ ਸੱਦਿਆ ਹੈ। मोको रिजक सो दीजिए कोई सौंपीए टैल पछाण। ਮਹਾਰਾਜ ਜੀ ਦੇ ਚਰਨਾਂ ਵਿੱਚ ਗੁੜ ਭੇਟਾ ਕੀਤਾ। ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ 'ਚ ਆਇਆ ਤੇ ਮੈਨੂੰ ਕੋਈ ਗੁਰੂ ਘਰ ਦੀ ਛੋਟੀ ਮੋਟੀ ਸੇਵਾ ਦੇ ਦਿਓ ਤੇ ਨਾਲੇ ਲੰਗਰਾਂ 'ਚੋਂ ਪ੍ਰਸ਼ਾਦਾ ਮਿਲ ਜਾਇਆ ਕਰੇ, ਬਸ ਇੰਨੀ ਕੁ ਕਿਰਪਾ ਕਰ ਦਿਓ। ਵੀ ਮੇਰੇ ਕੋਲ ਤਾਂ ਰੋਟੀ ਦੇ ਵੀ ਲਾਲੇ ਐ, ਘਰ 'ਚ ਰੋਟੀ ਨਹੀਂ ਮਿਲਦੀ, ਤੁਹਾਡੇ ਚਰਨਾਂ ਚ ਆ ਗਿਆ, ਇੱਥੇ ਕੋਈ ਥੋੜਾ ਬਹੁਤਾ ਸੇਵਾ ਦੇ ਦਿਓ, ਤੁਹਾਡੇ ਘਰ 'ਚ ਕਰੀ ਜਾਵਾਂਗਾ, ਨਾਲੇ ਪ੍ਰਸ਼ਾਦਾ ਦੋ ਪ੍ਰਸ਼ਾਦੇ ਛਕੀ ਜਾਵਾਂਗਾ। ਚੌਪਈ ਸ਼੍ਰੀ ਸਤਿਗੁਰ ਤਿਸ ਅਸਫੁਰ ਮਾਇਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਟਹਿਲ ਬੋਲੀ ਕੈਸੋ ਲਾਇਓ। ਮਹਾਰਾਜ ਜੀ ਕਹਿੰਦੇ ਆ ਭਾਈ ਗੰਗੂ ਜੀ ਸੇਵਾ ਚੱਲ ਰਹੀ ਆ ਬੌਲੀ ਸਾਹਿਬ ਦੀ, ਤੇ ਤੁਸੀਂ ਸੇਵਾ ਕਰੋ ਬੌਲੀ ਸਾਹਿਬ ਦੀ, ਟੋਕਰੀ ਢੋ ਲਿਆ ਕਰੋ, ਜਿਹੜੀ ਸੇਵਾ ਤੁਹਾਨੂੰ ਚੰਗੀ ਲੱਗੇ ਉਹ ਸੇਵਾ ਕਰੋ। ਥੋਕੜੋ ਬੋਲੀ ਟੂਟ ਤੋ ਨਾਈ। ਉਦੋਂ ਕੜ ਸੇਵਾ ਤਕਰੀਬਨ ਹੋ ਚੁੱਕੀ ਸੀ, ਥੱਲੇ ਬੌਲੀ ਦਾ ਕੜ ਨਹੀਂ ਸੀ ਟੁੱਟਿਆ। ਮਹਾਰਾਜ ਜੀ ਕਹਿੰਦੇ ਕੜ ਟੁੱਟਣਾ ਤੇ ਉਹਦੇ ਵਿੱਚ ਤੂੰ ਵੀ ਆਪਣਾ ਯੋਗਦਾਨ ਪਾ, ਸੇਵਾ ਕਰ। ਸਿੱਖ ਸੰਗਤ ਸਭ ਟੈਲ ਕਮਾਏ। ਸਾਰੀ ਸੰਗਤ ਸੇਵਾ ਕਰ ਰਹੀ ਹੈ, ਤੂੰ ਵੀ ਵਿੱਚ ਸੇਵਾ ਕਰ ਲੈ। ਸੋ ਸਮੋ ਪਹੁੰਚਿਓ ਨੇੜੇ ਆਏ। ਇਹਨੂੰ ਕੜ ਟੁੱਟਣ ਦਾ ਸਮਾਂ ਨੇੜੇ ਆ ਗਿਆ। ਜਿਮ ਸਤਿਗੁਰ ਥੋ ਕੜੋ ਤੁੜਾਏ। ਸਤਿਗੁਰੂ ਜੀ ਨੇ ਉਹ ਕੜ ਤੁੜਵਾਇਆ, ਭਾਈ ਮਾਨਕ ਚੰਦ ਨੇ ਉਹ ਕੜ ਤੋੜਿਆ ਸੀ। ਗੜ ਚਿਤੋੜ ਅਕਬਰ ਚੈ ਤੋੜਿਓ। ਚਿਤੌੜ ਦੇ ਗੜ ਦਾ ਟੁੱਟਣ ਦਾ ਬਚਨ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤਾ ਸੀ ਅਕਬਰ ਬਾਦਸ਼ਾਹ ਨੂੰ। ਸ਼੍ਰੀ ਗੁਰ ਹਤੋ ਕੜਾ ਸੰਗ ਜੋੜਿਓ। ਕਹਿੰਦੇ ਇਸ ਤਰ੍ਹਾਂ ਉਧਰ ਚਿਤੌੜ ਦਾ ਗੜ ਕਿਲਾ ਵੀ ਫਤਿਹ ਹੋਣਾ ਸੀ, ਇਧਰ ਕੜ ਤੋੜਨ ਦਾ ਮਹਾਰਾਜ ਜੀ ਨੇ ਬਚਨ ਕੀਤਾ ਸੀ। ਸਮੇਂ ਇੱਕ ਦੋ ਟੁੱਟ ਗਏ। ਇਧਰ ਕੜ ਟੁੱਟਿਆ ਬੌਲੀ ਦਾ ਤੇ ਉਧਰ ਚਿਤੌੜਗੜ੍ਹ ਦਾ ਕਿਲਾ ਵੀ ਫਤਿਹ ਹੋਇਆ। ਗੰਗੂ ਗੁਰੂ ਫਤਿਹਦਾਰ ਕਏ। ਕਹਿੰਦੇ ਕੜ ਤੋੜਨ ਦੇ ਵਿੱਚ ਭਾਈ ਗੰਗੂ ਸ਼ਾਹ ਨੇ ਵੀ ਸੇਵਾ ਕੀਤੀ, ਭਾਈ ਮਾਨਕ ਨੇ ਵੀ ਸੇਵਾ ਕੀਤੀ, ਗੰਗੂ ਸ਼ਾਹ ਨੇ ਵੀ ਕੀਤੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ ਹੋਏ, ਕਿਉਂਕਿ ਬੜਾ ਔਖਾ ਕੰਮ ਸੀ ਥੱਲੇ ਜਾ ਕੇ ਬੌਲੀ 'ਚ ਡੂੰਘਾਈ 'ਚ ਜਾ ਕੇ ਘਣ ਨਾਲ ਵਦਾਨ ਨਾਲ ਕੜ ਤੋੜਨਾ, ਪੱਥਰ ਦਾ ਥੱਲੇ ਅੜ ਗਿਆ ਸੀ, ਉਹਦੇ ਥੱਲਿਓਂ ਪਾਣੀ ਦਾ ਚਸ਼ਮਾ ਫੁੱਟਣਾ ਸੀ। ਤੋ ਕਹਿੰਦੇ ਏਦਾਂ ਗੰਗੂ ਸ਼ਾਹ ਵੀ ਉਸ ਫਤਿਹਦਾਰ ਦੇ ਵਿੱਚ ਹਾਸਲ ਹੋਇਆ, ਫਤਿਹ ਵਿੱਚ ਹਾਸਲ ਹੋਇਆ। ਸਤਿਗੁਰ ਮੰਗ ਉਸੀ ਸੋ ਕਈ। ਤੇ ਮਹਾਰਾਜ ਜੀ ਖੁਸ਼ ਹੋਏ, ਸਾਰਿਆਂ ਤੇ ਬਖਸ਼ਿਸ਼ਾਂ ਕੀਤੀਆਂ। ਗੰਗੂ ਸ਼ਾਹ ਨੂੰ ਆਖਿਆ, ਹਾਂ ਗੰਗੂ ਸ਼ਾਹ ਤੂੰ ਵੀ ਮੰਗ ਲੈ ਜੇ ਤੇਰੇ ਮਨ 'ਚ ਕੋਈ ਕਾਮਨਾ। ਹੁੰਡੀ ਵਾਲ ਉਹਨੇ ਮੰਗ ਲਈ। ਇਹ ਪਹਿਲਾਂ ਹੀ ਕਹਿ ਕੇ ਆਇਆ ਸੀ ਸੰਗਤ ਨੂੰ ਵੀ ਮੈਨੂੰ ਨਾ ਮੁਕਤੀ ਮਕਤੀ ਨਹੀਂ ਚਾਹੀਦੀ, ਮੈਨੂੰ ਤਾਂ ਭੁਗਤੀ ਚਾਹੀਦੀ ਆ, ਮਿਲੂਗੀ? ਕਹਿੰਦੇ ਉਹ ਵੀ ਮਿਲ ਜਾਏਗੀ, ਸਿੱਖਾਂ ਨੇ ਕਿਹਾ ਸੀ। ਮੰਗਿਆ ਵੀ ਉਹੀ ਕੁਝ, ਪਹਿਲੇ ਦਿਨ ਆਇਆ ਤੇ ਪਹਿਲੇ ਦਿਨ ਵੀ ਕਹਿੰਦਾ ਜੀ ਪ੍ਰਸ਼ਾਦਾ ਪਾਣੀ ਵਧੀਆ ਦੇ ਦਿਆ ਕਰੋ, ਸੇਵਾ ਕਰਿਆ ਕਰਾਂਗਾ। ਅੱਜ ਮਹਾਰਾਜ ਜੀ ਖੁਸ਼ ਹੋਏ ਦੀ ਸੇਵਾ ਵੇਖ ਕੇ, ਤੇ ਫਿਰ ਕਹਿੰਦਾ ਮਹਾਰਾਜ ਮੈਨੂੰ ਹੁੰਡੀਦਾਰ ਬਣਾ ਦਿਓ। ਹੁੰਡੀਦਾਰ ਜਿਵੇਂ ਅੱਜ ਕੱਲ ਬੈਂਕਾਂ ਦੇ ਮਾਲਕ ਹੁੰਦੇ ਆ, ਉਦੋਂ ਹੁੰਡੀਆਂ ਲਿਖ ਕੇ ਦੇ ਦਿੰਦੇ ਸੀ ਵੀ ਜਾ ਫਲਾਣੇ ਸ਼ਾਹੂਕਾਰ ਕੋਲ ਜਾ ਕੇ ਆਪਣੀ ਹੁੰਡੀ ਖੁਲਾ ਲਈ, ਉੱਥੋਂ ਕੈਸ਼ ਕਰਾ ਲਈ। ਜਿਵੇਂ ਅੱਜ ਕੱਲ ਚੈੱਕ ਦਿੰਦੇ ਆ, ਉਦੋਂ ਹੁੰਡੀਆਂ ਹੁੰਦੀਆਂ ਸੀ। ਕਹਿੰਦਾ ਜੀ ਮੈਨੂੰ ਹੁੰਡੀਦਾਰ ਬਣਾ ਦਿਓ ਵੀ ਪੂਰੇ ਦੇਸ਼ ਭਰ ਵਿੱਚ ਮੇਰੀਆਂ ਹੁੰਡੀਆਂ ਚੱਲਿਆ ਕਰਨ, ਇਹ ਕਿਰਪਾ ਕਰ ਦਿਓ। ਸਤਿਗੁਰ ਭੇਜਿਓ ਦਿੱਲੀ ਵਾਏ। ਮਹਾਰਾਜ ਜੀ ਨੇ ਕਿਹਾ ਚੰਗਾ ਗੰਗੂ ਸ਼ਾਹ ਤੇਰੀ ਇਹ ਵੀ ਇੱਛਾ ਪੂਰੀ ਹੋ ਜਾਏਗੀ ਗੁਰੂ ਨਾਨਕ ਸਾਹਿਬ ਦੇ ਘਰ ਚੋਂ। ਆਖਿਆ ਜਾ ਦਿੱਲੀ ਚਲਾ ਜਾ ਤੇ ਦਿੱਲੀ ਜਾ ਕੇ ਆਪਣਾ ਕੰਮ ਧੰਦਾ ਸ਼ੁਰੂ ਕਰ। ਹੁੰਡੀ ਵਾਲ ਭਇਓ ਤੈਂ ਜਾਏ। ਇਹਨਾਂ ਵਿੱਚ ਹੀ ਗੁਰੂ ਸਾਹਿਬ ਦੀ ਕਲਾ ਵਰਤੀ, ਅੱਜ ਹੋਰ ਕੱਲ ਹੋਰ, ਦਿਨਾਂ ਦੇ ਵਿੱਚ ਹੀ ਕਹਿੰਦੇ ਇੱਕ ਵੱਡਾ ਹੁੰਡੀਦਾਰ ਬਣ ਗਿਆ ਗੰਗੂ ਸ਼ਾਹ। ਦਿੱਲੀੋਂ ਹੁੰਡੀਆਂ ਚੱਲਣ ਲੱਗ ਪਈਆਂ ਇਹਦੀਆਂ।
ਲਾਹੌਰ ਤੋਂ ਉਧਰ ਪੂਰੇ ਹਿੰਦੁਸਤਾਨ ਦੇ ਵਿੱਚ ਇਹਦੀ ਹੁੰਡੀ ਚੱਲਿਆ ਕਰੇ, ਜਿਹਨੂੰ ਲਿਖ ਕੇ ਦੇ ਦਿਆ ਕਰੇ ਜਾਂ ਜੇ ਕੋਈ ਹੋਰ ਲਿਖ ਕੇ ਭੇਜਿਆ ਕਰੇ ਤਾਂ ਵੀ ਕੈਸ਼ ਕਰ ਦਿਆ ਕਰੇ। ਇਦਾਂ ਇਹਦਾ ਵਧੀਆ ਕੰਮ ਧੰਦਾ ਜਿਹੜਾ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਗਿਆ, ਦਿਨਾਂ 'ਚ ਵੱਡਾ ਹੁੰਡੀਦਾਰ ਬਣ ਗਿਆ। ਚਲੀ ਹੁੰਡੀ ਤਬ ਵਾਧਾ ਪਇਓ। ਜਦੋਂ ਹੁੰਡੀ ਚੱਲ ਪਈ ਤੇ ਉਹਦੇ 'ਚ ਵਾਧਾ ਵੀ ਹੋਇਆ। ਆਪਣਾ ਜਿਹੜਾ ਰੱਖਦੇ ਆ ਵਿੱਚ ਹਿਸਾਬ ਕਿਤਾਬ, ਉਹਦੇ ਨਾਲ ਇਹਦੇ ਘਰ ਵਿੱਚ ਬਰਕਤ ਪਈ, ਕੰਮ ਧੰਦੇ ਵਿੱਚ ਵਾਧਾ ਪਿਆ। ਬਦੀ ਦਰਬ ਤਿਸ ਗਰਬਾ ਆਇਓ। ਜਦੋਂ ਮਾਇਆ ਦੇ ਚਾਰ ਛਿੱਲੜ ਆ ਗਏ, ਵੱਡਿਆਂ ਵੱਡਿਆਂ ਦਾ ਦਿਮਾਗ ਖਰਾਬ ਕਰ ਦਿੰਦੀ ਹੈ, ਵੱਡਿਆਂ ਵੱਡਿਆਂ ਨੂੰ ਭਰਮਾ ਦਿੰਦੀ ਹੈ। ਜਦੋਂ ਮਾਇਆ ਦੇ ਗੱਫੇ ਜੇ ਆਏ ਚਾਰ ਤਾਂ ਬਸ ਫਿਰ ਕੀ ਸੀ, ਫਿਰ ਤਾਂ ਹੰਕਾਰ ਆ ਗਿਆ ਮਨ 'ਚ। ਹਾਂਜੀ, ਦੋਹਰਾ ਸ਼੍ਰੀ ਗੁਰ ਭੇਜੀ ਹੁੰਡੀ ਗੰਗੂ ਮਾਨੀ ਨਾਏ। ਕੋਈ ਗਰੀਬ ਸਿੱਖ ਆਇਆ ਦਿੱਲੀ ਦੇ ਇਲਾਕੇ ਦਾ ਤੇ ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਧੀ ਵਿਆਹੁਣੀ ਹੈ। ਤੇ ਗਰੀਬ ਸਿੱਖਾਂ ਮਹਾਰਾਜ ਜੀ ਨੇ ਹੁੰਡੀ ਲਿਖੀ ਵੀ ਜਾ ਆ ਸਾਡੀ ਲਿਖੀ ਹੁੰਡੀ ਗੰਗੂ ਸ਼ਾਹ ਕੋਲੋਂ ਕੈਸ਼ ਕਰਾ ਲਈ ਦਿੱਲੀ। ਸਤਿਗੁਰਾਂ ਨੇ ਹੁੰਡੀ ਦੇ ਕੇ ਭੇਜੀ, ਸਿੱਖ ਲੈ ਕੇ ਦਿੱਲੀ ਪਹੁੰਚਿਆ। ਗੰਗੂ ਸ਼ਾਹ ਨੂੰ ਜਾ ਕੇ ਮਿਲਿਆ ਤੇ ਵਿਖਾਇਆ ਵੀ ਇਹ ਗੁਰੂ ਅਮਰਦਾਸ ਸਾਹਿਬ ਨੇ ਲਿਖੀ ਹੈ ਹੁੰਡੀ ਉਹਨਾਂ ਦੇ ਹੱਥਾਂ ਦੀ, ਵੀ ਇਹ ਕੈਸ਼ ਕਰਕੇ ਦੇ ਦੇ। ਇਹਨੇ ਮੰਨੀ ਨਹੀਂ ਸਤਿਗੁਰਾਂ ਦੀ ਹੁੰਡੀ, ਇਨਕਾਰ ਕਰ ਦਿੱਤਾ। ਸਤਿਗੁਰਾਂ ਦੇ ਜਿਨ੍ਹਾਂ ਨੇ ਦਾਤਾਂ ਦਿੱਤੀਆਂ ਉਸ ਦਾਤੇ ਵੱਲ ਵਾਸਤੇ ਇਨਕਾਰ ਕਰ ਦਿੱਤਾ। ਇਹ ਪਰਖ ਹੀ ਸੀ ਨਾ ਇਹਦੀ। ਹਾਂਜੀ, ਤਿਸ ਕਰ ਤਿਸ ਕੋ ਤੁਰਤਈ ਘਾਟਾ ਆਇਓ ਤਾਏ। ਜਦੋਂ ਮਹਾਰਾਜ ਜੀ ਦੀ ਹੁੰਡੀ ਕੈਸ਼ ਨਹੀਂ ਕੀਤੀ, ਕਹਿੰਦਾ ਮੈਂ ਨਹੀਂ ਮੰਨਦਾ ਏ ਵੀ ਜੇ ਕੈਸ਼ ਕਰ ਦਿਆਂਗਾ ਤੇ ਗੁਰੂ ਸਾਹਿਬ ਕੋਲੋਂ ਕਿਹੜਾ ਮੈਨੂੰ ਮਿਲ ਜਾਣੀ। ਦਾਤ ਇਹ ਹੁੰਦੀ ਆ ਵੀ ਮਹਾਰਾਜ ਜੀ ਨੇ ਤੇ ਬਹਾਨੇ ਨਾਲ ਇਹਦੀ ਲੇਖੇ ਲਾਉਣੀ ਸੀ ਮਾਇਆ ਵਿੱਚੋਂ, ਵੀ ਚਲੋ ਦਸਵੰਧ ਦੇ ਵਿੱਚ ਲੇਖੇ ਲੱਗੇਗੀ, ਇਹਦੀ ਬਰਕਤ ਪਵੇਗੀ। ਜਦੋਂ ਸਤਿਗੁਰਾਂ ਦਾ ਬਚਨ ਮੋੜ ਦਿੱਤਾ, ਬਸ ਉਸੇ ਦਿਨ ਜਿਹਨੂੰ ਹੁੰਡੀਆਂ ਲਿਖ ਕੇ ਜਾਂ ਮਾਇਆ ਦਿੱਤੀ ਨਾ, ਇਹਦੀ ਜਿੱਥੇ ਗਈ ਉੱਥੇ ਹੀ ਧਰ ਲਈ ਲੋਕਾਂ ਨੇ, ਕਿਸੇ ਨੇ ਨਹੀਂ ਮੋੜੀ। ਹੁੰਡੀਆਂ ਕੈਸ਼ ਕਰਾ ਕੇ ਲੈ ਗਏ, ਜਿੰਨਾ ਖਜ਼ਾਨਾ ਸੀ ਖਾਲੀ। ਹੁਣ ਦੇਣ ਵਾਲੇ ਜਦੋਂ ਕੈਸ਼ ਵਾਪਸ ਉਹਨਾਂ ਨੇ ਦੇਣਾ ਸੀ, ਉਹ ਨਹੀਂ ਦਿੱਤਾ ਕਿਸੇ ਨੇ। ਕਹਿੰਦੇ ਜਿਵੇਂ ਦਿਨਾਂ 'ਚ ਹੁੰਡੀਦਾਰ ਬਣਿਆ ਸੀ ਨਾ, ਤੇ ਦਿਨਾਂ ਵਿੱਚ ਹੀ ਕੰਗਾਲ ਹੋ ਗਿਆ। ਕਿਉਂਕਿ ਭਿਖਾਰੀ ਤੋਂ ਰਾਜਾ ਬਣਾਉਂਦੇ ਆ ਤੇ ਰਾਜੇ ਤੋਂ ਭਿਖਾਰੀ ਬਣਾਉਂਦੇ ਆ, ਕਿਹੜਾ ਸਤਿਗੁਰੂ ਦੇਰੀ ਲਾਉਂਦੇ ਆ। ਸਾਹਿਬ ਵਾਸਤੇ ਤਾਂ ਖੇਡ ਹੀ ਗਿਆ ਨਾ, ਇਹ ਚੋਜ ਹੀ ਹੈ। ਹਾਂਜੀ, ਚੋਪਈ ਮੁੜ ਗੁਰ ਕੀ ਉਸ ਟੈਲ ਕਮਾਈ। ਜਦੋਂ ਜਲੂਸ ਨਿਕਲ ਗਿਆ ਨਾ, ਲੈਣ ਵਾਲੇ ਵੀ ਆਉਣ ਲੱਗ ਪਏ। ਜਿਹੜਾ ਇਹਦਾ ਗਿਆ ਉਹ ਵੀ ਨਾ ਪਰਤਿਆ, ਇਹਨੂੰ ਦਿੱਲੀ ਛੱਡ ਕੇ ਰਾਤ ਨੂੰ ਦੌੜਨਾ ਪਿਆ ਉੱਥੋਂ। ਫਿਰ ਦੌੜ ਕੇ ਹੋਰ ਕੋਈ ਥਾਂ ਨਹੀਂ ਲੱਭੀ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਆ ਗਿਆ। ਪਿੱਛੇ ਸ਼ਰਮਿੰਦਾ ਜਿਹਾ ਮੂੰਹ ਲੈ ਕੇ ਖਲੋ ਗਿਆ ਤੇ ਮਹਾਰਾਜ ਜੀ ਵੇਖ ਕੇ ਕਹਿੰਦੇ ਆ ਗਿਆ ਗੰਗੂ ਸ਼ਾਹ, ਆ ਜਾ। ਸਤਿਗੁਰੂ ਤਾਂ ਫਿਰ ਵੀ ਦਿਆਲੂ ਨੇ ਨਾ, ਪਾਤਸ਼ਾਹ ਦਾ ਹਿਰਦਾ ਤਾਂ ਫਿਰ ਵੀ ਤਰਸ ਕਰਦਾ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦੋਸ਼ ਵੇਖਦੇ ਆ, ਭੁੱਲਾਂ ਵੀ ਵੇਖਦੇ ਆ, ਫਿਰ ਵੀ ਦਾਨ ਕਰਦੇ ਆ। ਕਿੱਡੇ ਦਿਆਲੂ ਨੇ ਸਤਿਗੁਰੂ ਜੀ। ਇਹਨੂੰ ਫਿਰ ਮਹਾਰਾਜ ਜੀ ਨੇ ਟਹਿਲ ਚਲਾ ਲਿਆ, ਕਰ ਵੀ ਸੇਵਾ ਕਰ ਇੱਥੇ। ਹਾਂਜੀ, ਫਿਰ ਸਤਿਗੁਰ ਮਨ ਕਿਰਪਾ ਆਈ। ਸੇਵਾ ਰੀਝ ਕੇ ਕੀਤੀ ਇਹਨੇ, ਮਹਾਰਾਜ ਜੀ ਦਾ ਮਨ ਫਿਰ ਇੱਕ ਦਿਨ ਪ੍ਰਸੰਨ ਹੋ ਗਿਆ। ਸਤਿਗੁਰੂ ਫਿਰ ਕਿਰਪਾ ਦੇ ਘਰ ਵਿੱਚ ਆਏ। ਤੋ ਭਾਈ ਬੀਬੀ ਕੇ ਵਿਆਹ ਤਿਆਰੀ। ਇਧਰ ਬੀਬੀ ਭਾਨੀ ਜੀ ਦੇ ਵਿਆਹ ਦੀ ਤਿਆਰੀ ਹੋਈ। ਭੇਜਿਓ ਗੁਰ ਕ੍ਰਿਤ ਲੈਣ ਪਹਾੜੀ। ਇਹਨੂੰ ਕਿਹਾ ਗੰਗੂ ਸ਼ਾਹ ਨੂੰ ਵੀ ਜਾ ਉਧਰੋਂ ਪਹਾੜ ਦੇ ਵਿੱਚੋਂ ਘਿਓ ਲੈ ਕੇ ਆ, ਉਧਰੋਂ ਘਿਓ ਮਿਲਣਾ ਦੇਸੀ। ਤੇ ਅੱਜ ਵਾਂਗੂ ਨਹੀਂ ਸਨ ਹੁੰਦੇ ਸਾਧਨ, ਕਿ ਹੁਣ ਤਾਂ ਪਤਾ ਨਹੀਂ, ਨਾ ਤਾਂ ਕਿਤੇ ਮੱਝਾਂ ਦਿਸਦੀਆਂ ਨੇ ਤੇ ਨਾ ਬਹੁਤੀਆਂ ਗਊਆਂ ਦਿਸਦੀਆਂ ਨੇ। ਵੀ ਘਿਓ ਲੈਣਾ ਹੋਵੇ ਕਿਸੇ ਡੇਅਰੀ ਤੋਂ, ਕਿਸੇ ਥਾਂ ਤੋਂ, ਜੇ ਅੱਜ ਕਹਿ ਦਿਓ ਵੀ 10 ਕੁਆਂਟਲ ਘਿਓ ਚਾਹੀਦਾ, ਰਾਤੋਂ ਰਾਤ ਪਤਾ ਨਹੀਂ ਸਵੇਰ ਤਾਈਂ ਕਿੱਥੋਂ ਆ ਜਾਂਦਾ। ਹੁੰਦੀ ਨਹੀਂ ਹੈਰਾਨੀ ਕਦੇ ਕਦੇ। ਉਹਨਾਂ ਵੇਲਿਆਂ ਦੇ ਵਿੱਚ ਨਾ ਲੋਕ ਬਹੁਤਾ ਘਿਓ ਆਪਣੇ ਆਪਣੇ ਘਰ ਦੁੱਧਾਂ ਦਾ ਬਹੁਤਾ ਵਪਾਰ ਨਹੀਂ ਸੀ ਹੁੰਦਾ, ਤੇ ਦੂਰੋਂ ਦੂਰੋਂ ਇਕੱਠਾ ਕਰਕੇ ਲਿਆਉਣਾ ਪੈਂਦਾ ਸੀ।
ਕਈ ਦਿਨ ਜਦੋਂ ਕੋਈ ਵਿਆਹ ਸ਼ਾਦੀਆਂ ਹੋਣੀਆਂ ਤੇ ਮਹੀਨਾ 2 ਮਹੀਨੇ ਪਹਿਲਾਂ ਘਿਓ ਇਕੱਠਾ ਕਰਕੇ ਲਿਆਉਣਾ। ਮਹਾਰਾਜ ਜੀ ਨੇ ਆਖਿਆ ਗੰਗੂ ਸ਼ਾਹ ਤੂੰ ਪਹਾੜ ਦੇ ਇਲਾਕੇ 'ਚ ਜਾ ਤੇ ਉਧਰ ਪਹਾੜਾਂ ਵਿੱਚ ਘਿਓ ਵਧੀਆ ਮਿਲਦਾ ਹੈ ਤੇ ਘਿਓ ਉੱਥੋਂ ਇਕੱਠਾ ਕਰਕੇ ਲਿਆ। ਗੰਗੂ ਕਈ ਗੁਰ ਸੋ ਹੱਥ ਜੋੜ, ਭਾਈ ਗੰਗੂ ਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ, ਤੁਸੀਂ ਕਰਨ ਉਗਰਾਈ ਭੇਜੋ ਮੋਰ। ਲੱਗਾ ਮਹਾਰਾਜ ਜੀ ਤੁਸੀਂ ਮੈਨੂੰ ਉਗਰਾਹੀ ਕਰਨ ਭੇਜਣ ਲੱਗੇ ਹੋ। ਤੈਂ ਦੇਵੀ ਦੇਵ ਕਰਾਮਾਤੀ ਕਨੇ। ਉਹਨਾਂ ਦਿਨਾਂ 'ਚ ਪਹਾੜਾਂ 'ਚ ਜਾਣ ਤੋਂ ਲੋਕ ਡਰਦੇ ਸੀ। ਉਹ ਕਹਿੰਦੇ ਪਹਾੜਾਂ ਵਿੱਚ ਮੰਤਰ ਤੰਤਰ ਬੜੇ ਹੁੰਦੇ ਆ, ਜਾਦੂ ਟੂਣੇ ਬੜੇ ਹੁੰਦੇ ਆ ਉੱਥੇ। ਕਹਿਣ ਲੱਗਾ ਮਹਾਰਾਜ ਮੈਨੂੰ ਤੁਸੀਂ ਪਹਾੜੀ ਇਲਾਕੇ 'ਚ ਭੇਜਣ ਲੱਗੇ ਹੋ ਉਗਰਾਹੀ ਕਰਨ, ਉੱਥੇ ਤਾਂ ਦੇਵੀ ਦੇਵਤਿਆਂ ਦੇ ਜਾਦੂ ਟੂਣੇ ਮੰਤਰ ਤੰਤਰ ਜੰਤਰ ਬੜੇ ਚੱਲਦੇ ਨੇ। ਹਾਂਜੀ ਉਹਾਂ ਉਗਰਾਈ ਹਮ ਕਿਮ ਬਨੇ। ਮੈਂ ਉੱਥੋਂ ਉਗਰਾਹੀ ਕਿਵੇਂ ਕਰਕੇ ਲਿਆਵਾਂਗਾ। ਉਹਾਂ ਹੈ ਪਰਬਤੀ ਬੁਰੀ ਬਲਾਏ। ਮਹਾਰਾਜ ਉਹਨਾਂ ਪਹਾੜਾਂ ਵਿੱਚ ਬੜੀਆਂ ਬੁਰੀਆਂ ਬਲਾਵਾਂ ਰਹਿੰਦੀਆਂ, ਸੁਣਿਆ ਉੱਥੇ ਜਿੰਨ ਭੂਤ ਹੀ ਬੜੇ ਨੇ ਮਹਾਰਾਜ। ਤੇ ਮੈਂ ਉੱਥੇ ਗਿਆ ਤੇ ਕਿਤੇ ਗਰੀਬ ਮਾਰਿਆ ਹੀ ਨਾ ਜਾਵਾਂ, ਕੋਈ ਬਲਾ ਮੈਨੂੰ ਚਿੰਬੜ ਗਈ ਮਹਾਰਾਜ ਤੇ ਖਬਰੇ ਕੀ ਬਣੇ ਉੱਥੇ ਪਹਾੜਾਂ ਵਿੱਚ ਜਾ ਕੇ। ਹਾਂਜੀ ਸਕੇ ਉਹਨੇ ਕਿਮ ਕੋ ਪਤੀਆ। ਨਾਲੇ ਉਹ ਪਹਾੜੀਏ ਕਿਹੜਾ ਮੇਰੇ ਤੇ ਯਕੀਨ ਕਰ ਲੈਣਗੇ। ਮੈਂ ਉੱਥੋਂ ਉਗਰਾਹੀ ਵੀ ਕਰਕੇ ਲਿਆਉਣੀ ਆ ਤੇ ਕਿਵੇਂ ਲਿਆਵਾਂਗਾ ਜਦੋਂ ਤੱਕ ਮੇਰੇ ਕੋਲ ਕੋਈ ਕਰਾਮਾਤ ਹੀ ਨਾ ਵੇਖਣਗੇ ਤੇ ਉਹਨਾਂ ਦਾ ਮਨ ਕਿਵੇਂ ਪਤੀਜੇਗਾ। ਜੇ ਕੋਈ ਮਾੜਾ ਮੋਟਾ ਉਹਨਾਂ ਨੂੰ ਚਮਤਕਾਰ ਵਿਖਾਵਾਂਗਾ ਮਹਾਰਾਜ, ਕੋਈ ਕਰਾਮਾਤ ਵਿਖਾਵਾਂਗਾ ਤਾਂ ਹੀ ਉਹਨਾਂ ਦਾ ਮਨ ਪਤੀਜੇਗਾ। ਹਮਕੋ ਦੀਜੇ ਐਸੀ ਕਲਾ। ਮਹਾਰਾਜ ਜੀ ਕੋਈ ਛੋਟੀ ਮੋਟੀ ਕਲਾ ਤੁਹਾਡੇ ਕੋਲ ਕਿਹੜਾ ਕੋਈ ਘਾਟ ਹੈ ਸਤਿਗੁਰੂ ਜੀ, ਮੈਨੂੰ ਕੋਈ ਕਲਾ ਦੇ ਦਿਓ। ਜਿਉ ਕ੍ਰਿਤ ਆਵੇ ਪਰਬਤੀ ਚਲਾ। ਇਹ ਪਹਾੜਾਂ ਤੋਂ ਖੁੱਲਾ ਘਿਓ ਚੱਲ ਕੇ ਇੱਥੇ ਆ ਜਾਵੇ ਤੇ ਕਮੀ ਨਾ ਰਵੇ ਨਾ ਲੰਗਰਾਂ ਵਾਸਤੇ। ਦੋਹਰਾ ਤੋ ਸਤਿਗੁਰ ਗੰਗੋ ਕਯੋ ਤੋ ਰਸਨਾ ਹਮ ਬਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਆਖਿਆ ਗੰਗੋ ਸ਼ਾਹ ਤੇਰੀ ਰਸਨਾ ਦੇ ਉੱਤੇ ਜਿਹੜਾ ਵਾਕ ਹੋਵੇਗਾ ਉਹ ਸੱਚ ਹੋਵੇਗਾ। ਬਚਨ ਕਰਤਾ ਸਤਿਗੁਰਾਂ। ਕਿੱਡੇ ਦਿਆਲੂ ਨੇ, ਕਿਰਪਾਲੂ ਨੇ ਸਤਿਗੁਰੂ। ਜਾਣਦੇ ਨੇ ਵੀ ਇਹਨੇ ਫਿਰ ਖਰਾਬੀਆਂ ਕਰਨੀਆਂ, ਪਰ ਪਰਉਪਕਾਰੀ ਸੁਭਾਅ ਜਿਹੜਾ ਹੁੰਦਾ ਨਾ ਸੰਤਾਂ ਦਾ, ਮਹਾਂਪੁਰਸ਼ਾਂ ਦਾ, ਉਹ ਆਪਣਾ ਸੁਭਾਅ ਨਹੀਂ ਗਵਾਉਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਰੱਬ ਦੇ ਪਿਆਰੇ ਆਪਣਾ ਪਰਉਪਕਾਰੀ ਬਿਰਤੀ ਵਾਲਾ ਸੁਭਾਅ ਨਹੀਂ ਗਵਾਉਂਦੇ। ਸਤਿਗੁਰਾਂ ਆਖਿਆ ਤੇਰੀ ਰਸਨਾ ਤੋਂ ਜਿਹੜਾ ਵਾਕ ਬੋਲੇਗਾ ਉਹ ਸਿੱਧ ਹੋ ਜਾਏਗਾ। ਤੈਨੂੰ ਅਸੀਂ ਵਾਕ ਸਿੱਧੀ ਦਾ ਬਚਨ ਕਰਦੇ ਹਾਂ। ਜਿਉ ਤੂੰ ਚਾਹੇ ਤਿਉ ਹੋਵੇ, ਤੂੰ ਰੱਖੇ ਕਰੇ ਨਾਸ। ਜਿਵੇਂ ਤੂੰ ਚਾਹੇਗਾ ਜੋ ਬੋਲੇਗਾ ਮੂੰਹੋਂ ਪੂਰਾ ਹੋ ਜਾਏਗਾ। ਜਿਹਨੂੰ ਚਾਹੇ ਮਰਜ਼ੀ ਰੱਖ ਲਈ, ਜਿਹਦਾ ਚਾਹੇ ਮਰਜ਼ੀ ਨਾਸ਼ ਕਰ ਦੇ। ਤੇਰੇ ਬੋਲਾਂ ਵਿੱਚ ਸ਼ਕਤੀ ਵਰਤੇਗੀ ਸਾਡੀ। ਚੋਪਈ ਇਤੋ ਬਚਨ ਲੈ ਪਰ ਫੁੱਲਤ ਪਇਓ। ਇਹ ਸੁਣਦਿਆਂ ਗੰਗੂ ਸ਼ਾਹ ਤੇ ਖੁਸ਼ੀ ਨਾਲ ਨਹੀਂ ਮੇਵਦਾ, ਬੜਾ ਖੁਸ਼ ਤੇ ਪ੍ਰਫੁੱਲਤ ਹੋਇਆ। ਪਹੁੰਚ ਪਰਬਤ ਉਨ ਸਭ ਜਿੱਤ ਲਿਓ। ਇਹ ਪਹਾੜ ਵਿੱਚ ਗਿਆ ਤੇ ਜਾ ਕੇ ਦਿਨਾਂ 'ਚ ਸਾਰੇ ਪਹਾੜੀ ਰਾਜਿਆਂ ਨੂੰ, ਉੱਥੋਂ ਦੇ ਲੋਕਾਂ ਨੂੰ, ਜਿਹਨੂੰ ਬਚਨ ਕਰੇ ਪੂਰਾ ਹੋ ਜਾਏ, ਲੋਕਾਂ ਨੂੰ ਜਿੱਤ ਲਿਆ। ਲਾਏ ਮੰਜੀ ਗੁਰ ਆਪ ਹੋਏ ਬਇਓ। ਬਸ ਫਿਰ ਕੀ ਸੀ, ਮੰਜੀ ਲਾ ਕੇ ਗੁਰੂ ਬਣ ਕੇ ਬਹਿ ਗਿਆ ਉੱਥੇ ਪਹਾੜਾਂ ਵਿੱਚ ਕਿ ਮੈਂ ਗੁਰੂ ਹਾਂ। ਜੋੜਨਾ ਗੁਰੂ ਅਮਰਦਾਸ ਸਾਹਿਬ ਨਾਲ ਸੀ। ਆਪ ਮੰਜੀ ਲਾ ਕੇ ਬਹਿ ਗਿਆ। ਮੰਜੀ ਗੁਰੂ ਸਾਹਿਬ ਨੇ ਵੀ ਦਿੱਤੀ ਹੈ ਇਹਨੂੰ। 22 ਮੰਜੀਆਂ 'ਚ ਇੱਕ ਮੰਜੀ ਇਹਦੇ ਕੋਲ ਵੀ ਸੀ, ਪਰ ਉਹ ਪ੍ਰਚਾਰਕ ਦੀ ਮੰਜੀ ਸੀ। ਪਰ ਇਹਨੇ ਆਪਣੇ ਆਪ ਨੂੰ ਗੁਰੂ ਕਹਾ ਕੇ ਉੱਥੇ ਪੂਜਾ ਕਰਾਉਣੀ ਸ਼ੁਰੂ ਕਰ ਲਈ। ਕ੍ਰਿਤ ਕਨੋ ਵੱਲ ਗੁਰ ਵੱਲ ਦਇਓ। ਘਿਓ ਦੀ ਜਿਹੜੀ ਲੋੜ ਸੀ ਉਹ ਵੀ ਭੇਜ ਦਿੱਤਾ ਗੋਇੰਦਵਾਲ ਸਾਹਿਬ, ਜਿੰਨਾ ਚਾਹੀਦਾ ਸੀ। ਬੀਬੀ ਪਾਨੀ ਕੇ ਵਿਆਹ ਨਾ ਆਇਆ, ਪਰ ਆਪ ਨਹੀਂ ਆਇਆ। ਘਿਓ ਭੇਜ ਦਿੱਤਾ
ਵੀ ਘਿਓ ਹੀ ਮੰਗਿਆ ਸੀ ਸਤਿਗੁਰਾਂ ਨੇ ਉਗਰਾ ਕੇ ਭੇਜਣਾ ਤੇ ਉਹ ਤਾਂ ਭੇਜ ਦਿੱਤਾ, ਆਪ ਨਹੀਂ ਪਹੁੰਚਿਆ। ਬਚਨ ਗੁਰੂ ਮਤ ਲੇਵੇਂ ਹਟਾਇਆ। ਮਨ ਚ ਇਹ ਸੀ ਵੀ ਜਦੋਂ ਜਾਵਾਂਗਾ ਤੇ ਗੁਰੂ ਸਾਹਿਬ ਨੇ ਜਿਹੜਾ ਮੈਨੂੰ ਵਰ ਦਿੱਤਾ ਤੇ ਜਾ ਕੇ ਵਾਪਸ ਨਾ ਲੈ ਲੈਣ ਜਦੋਂ ਜਾਵਾਂ। ਇਹ ਕੰਮ ਸਾਵਣ ਮੱਲ ਨੇ ਵੀ ਕੀਤਾ ਸੀ, ਮਹਾਰਾਜ ਜੀ ਦਾ ਭਤੀਜਾ ਸੀ, ਉਹਦੀ ਕਥਾ ਵੀ ਇਦਾਂ ਦੀ ਆਉਂਦੀ ਹੈ। ਉਹਨੂੰ ਰੁਮਾਲ ਦੇ ਕੇ ਭੇਜਿਆ ਸੀ ਸਤਿਗੁਰਾਂ ਨੇ ਪਹਾੜਾਂ 'ਚ, ਹਰੀਪੁਰ ਦੇ ਰਾਜੇ ਕੋਲ। ਉਹ ਸੋਚੇ ਵੀ ਰੁਮਾਲ ਜੇ ਮਹਾਰਾਜ ਜੀ ਦੇ ਕੋਲ ਗਿਆ ਉਹਨਾਂ ਨੇ ਲੈ ਲੈਣਾ, ਆਵੇ ਨਾ, ਮਹਾਰਾਜ ਜੀ ਨੇ ਰੁਮਾਲ ਹੀ ਮੰਗਾ ਲਿਆ ਆਪਣੇ ਕੋਲ, ਪਿੱਛੇ ਪਿੱਛੇ ਆਪ ਵੀ ਦੌੜਿਆ ਆਇਆ, ਫਿਰ ਉਹਨੂੰ ਬਖਸ਼ਿਆ। ਉਦਾਂ ਹੀ ਗੰਗੂ ਸ਼ਾਹ ਦੇ ਮਨ 'ਚ ਵੀ ਆਵੇ ਵੀ ਜੇ ਮੈਂ ਵਾਪਸ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਕੋਲੋਂ ਜਿਹੜਾ ਮੈਨੂੰ ਉਹਨਾਂ ਨੇ ਵਰ ਦਿੱਤਾ ਹੈ ਉਹ ਵਾਪਸ ਹੀ ਨਾ ਲੈ ਲੈਣ, ਕਿਉਂਕਿ ਕੰਮ ਤਾਂ ਹੋ ਗਿਆ ਜਿਹੜਾ ਮੈਂ ਕਰਨ ਆਇਆ ਸੀ। ਸੋ ਸੁਨ ਸਤਿਗੁਰ ਗੁੱਸਾ ਕੀਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਤਾ ਲੱਗਾ, ਤੋ ਗਰੀਬ ਨਵਾਜ ਪਾਤਸ਼ਾਹ ਨੇ ਇਹ ਵੀ ਸੁਣਿਆ ਵੀ ਉਹਨੇ ਉੱਥੇ ਜਾ ਕੇ ਮੰਜੀ ਲਾ ਲਈ ਹੈ ਤੇ ਗੁਰੂ ਬਣ ਕੇ ਪੂਜਾ ਕਰਾਉਣ ਲੱਗ ਪਿਆ। ਉਹਨੂੰ ਕੰਮ ਕਿਹੜੇ ਭੇਜਿਆ ਸੀ? ਉਹਨੂੰ ਤਾਂ ਸਿੱਧਾ ਸਾਡੇ ਕੋਲ ਆਉਣਾ ਚਾਹੀਦਾ ਸੀ ਕੰਮ ਕਰਕੇ, ਬਕਾਇਦਾ ਜਦੋਂ ਘਿਓ ਭੇਜਿਆ ਉਹਨੂੰ ਨਾਲ ਆਉਣਾ ਚਾਹੀਦਾ ਸੀ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਮੁਖ ਕਾਲਾ ਗੰਗੂ ਕਹਿ ਦਿਆ। ਮਹਾਰਾਜ ਜੀ ਕਹਿੰਦੇ ਗੰਗੂ ਦਾ ਮੂੰਹ ਹੀ ਕਾਲਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹਦਾ ਮੂੰਹ ਹੀ ਕਾਲਾ ਹੈ, ਕਰਤੂਤਾਂ ਇਹੋ ਜੀਆਂ ਕਰਦਾ। ਹਾਂਜੀ, ਗੰਗੂ ਬਚਨ ਸੁਨ ਸ਼ੀਸ਼ਾ ਲਿਆ। ਉਧਰ ਗੰਗੂ ਸ਼ਾਹ ਨੇ ਅੱਜ ਜਦੋਂ ਪਤਾ ਲੱਗਾ ਨਾ ਵੀ ਉਧਰੋਂ ਬਚਨ ਹੋਇਆ, ਉਹਨੇ ਸ਼ੀਸ਼ਾ ਲਿਆ। ਮੁਖ ਕਾਲਾ ਨਿਜ ਦਰਸ਼ਨ ਕੀਆ। ਜਦੋਂ ਸ਼ੀਸ਼ਾ ਵੇਖਿਆ ਤੇ ਗੰਗੂ ਦਾ ਮੂੰਹ ਕਾਲੇ ਤਵੇ ਵਾਂਗੂ ਕਾਲਾ, ਚਿਹਰਾ ਕਾਲਾ, ਕਾਲਖ ਮਲ ਗਈ ਵੀ ਦਾਤੇ ਨੇ ਦਾਤਾਂ ਦਿੱਤੀਆਂ ਸੀ, ਦਾਤਾ ਭੁੱਲ ਗਿਆ ਨਾ, ਤੇ ਜਿਹੜਾ ਦਾਤੇ ਦੀਆਂ ਦਿੱਤੀਆਂ ਦਾਤਾਂ ਭੁੱਲ ਜਾਏ ਉਹਦਾ ਮੂੰਹ ਦੋਹਾਂ ਜਹਾਨਾਂ ਵਿੱਚ ਹੀ ਕਾਲਾ ਹੁੰਦਾ। ਇਹਦਾ ਮੂੰਹ ਜਿਹੜਾ ਸੀ ਉਹ ਕਾਲਾ ਹੋ ਗਿਆ ਜਦੋਂ ਸ਼ੀਸ਼ਾ ਵੇਖਿਆ। ਬਚ ਸਤਿਗੁਰ ਕੋ ਸਿਟਤ ਨਾਏ। ਸਤਿਗੁਰਾਂ ਦਾ ਕਿਹਾ ਬਚਨ ਭਲਾ ਕਿਵੇਂ ਟਲਦਾ ਸੀ, ਉਹ ਤਾਂ ਪੂਰਾ ਹੋ ਕੇ ਹੀ ਰਹਿਣਾ ਸੀ। ਸੋ ਝੂਰੇ ਬਹੁ ਮਨ ਕੇ ਮਾਏ। ਇਹ ਮਨ ਹੀ ਮਨ ਹੁਣ ਝੂਰਦਾ ਵੀ ਮੈਂ ਗਲਤ ਕੰਮ ਕਰ ਬੈਠਾ। ਔਰ ਕਥੋਂ ਨੇ ਅੱਗੇ ਕਹਾਣੀ। ਕਹਿੰਦੇ ਇਹ ਸੀ ਗੰਗੂ ਸ਼ਾਹ, ਜਿਹਦੇ ਤੋਂ ਅੱਗੇ ਗੰਗੂ ਸ਼ਾਹੀਏ ਚੱਲੇ ਨੇ। ਭਾਈ ਸਾਹਿਬ ਕਹਿੰਦੇ ਵੀ ਇਹ ਕਥਾ ਮੈਂ ਹੋਰ ਨਹੀਂ ਇਹਦੀ ਕਹਿਣੀ, ਗੱਲਾਂ ਤਾਂ ਹੋਰ ਵੀ ਬਹੁਤ ਨੇ ਇਹਦੀਆਂ, ਜੇ ਇਹਦੀ ਕਥਾ ਕਰਨ ਲੱਗੇ ਫਿਰ ਇਹਦੀ ਚੱਲ ਪੈਣੀ ਅੱਗੇ। ਮੈਂ ਕਥਾ ਕਹਿਣੀ ਹੈ ਪੰਥ ਦੀ, ਗੁਰਸਿੱਖਾਂ ਦੀ। ਹੋਰ ਜਿਹੜਾ ਨੇ ਗੁਰੂ ਸਾਹਿਬ ਤੋਂ ਬਾਅਦ ਆਪਣੇ ਆਪ ਨੂੰ ਦੰਭੀ ਗੁਰੂ ਕਹਾ ਕੇ ਸੰਗਤ ਨੂੰ ਵਰਗਲਾ ਕੇ ਆਪਣੇ ਨਾਲ ਲਾਇਆ, ਕਹਿੰਦੇ ਮੈਂ ਉਹਨਾਂ ਦੀ ਗੱਲ ਵੀ ਕਰਨੀ ਹੈ। ਗ੍ਰੰਥ ਵਦਨ ਤੇ ਸੰਕ ਮਨ ਆਨੀ। ਕਿਉਂਕਿ ਫਿਰ ਇਹ ਕਥਾ ਬਹੁਤ ਲੰਮੀ ਵੱਧ ਜਾਏਗੀ, ਵਿਸਥਾਰ ਹੋ ਜਾਏਗਾ। ਮੈਂ ਸੰਖੇਪ ਚ ਕਹਿ ਰਿਹਾ। ਬਚਨ ਰਹੇ ਦੋਨ ਪਾਏ। ਬਸ ਗੱਲ ਕੀ ਉਹਦੇ ਕੋਲ ਦੋਵੇਂ ਬਚਨ ਰਹੇ ਗੁਰੂ ਸਾਹਿਬ ਦੇ। ਇੱਕ ਜਿਹੜਾ ਕਿਹਾ ਸੀ ਵੀ ਜੋ ਬਚਨ ਕਰੇਗਾ ਪੂਰਾ ਹੋਵੇਗਾ, ਉਹ ਵੀ। ਦੂਜਾ ਬਚਨ ਕੀਤਾ ਸੀ ਵੀ ਗੰਗੂ ਦਾ ਮੂੰਹ ਕਾਲਾ, ਤੇ ਉਹ ਮੂੰਹ ਵੀ ਕਾਲਾ ਰਿਹਾ ਤੇ ਬਚਨ ਵੀ ਉਹਦਾ ਪੂਰਾ ਹੁੰਦਾ ਰਿਹਾ। ਇਹ ਦੋਵੇਂ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਹੇ। ਮੁਖ ਕਾਲੋ ਉਹ ਬਚਨ ਸਹਾਏ। ਕਾਲਾ ਹੱਸੀ ਉਹਦਾ ਤੇ ਉਹਦੇ ਕਹੇ ਬਚਨ ਵੀ ਸੱਚ ਹੁੰਦੇ, ਤਦੇ ਅੱਗੇ ਚੇਲੇ ਉਹਦੇ ਬਣ ਗਏ। ਉੱਥੋਂ ਫਿਰ ਗੰਗੂ ਸ਼ਾਹੀਆਂ ਦੀ ਅੱਗੇ ਸੰਪਰਦਾ ਚੱਲੀ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਤੋਂ ਬਾਅਦ ਇਹਨਾਂ ਨੇ ਫਿਰ ਪੰਥ ਦੇ ਨਾਲ ਵੀ ਝਗੜੇ ਪਾਏ, ਵਿਵਾਦ ਪਾਏ। ਪਿੱਛੇ ਆਪ ਜੀ ਸੁਣੀ ਆਏ ਉਹ ਕੱਲ ਦੀ ਕਥਾ 'ਚ ਵੀ ਇਹ ਸੰਗਤ ਨੂੰ ਵਰਗਲਾ ਕੇ ਆਪਣੇ ਨਾਲ ਜੋੜਨ ਲੱਗ ਪਏ, ਖਾਲਸੇ ਨਾਲੋਂ ਤੋੜਨ ਲੱਗ ਪਏ। ਇਹ ਸੀ ਗੰਗੂ ਸ਼ਾਹੀਏ। ਹਾਂਜੀ, ਦੋਹਰਾ ਸਾਖ ਸੁਨੋ ਬੜ ਉਨ ਦੁਸ਼ਟਨ ਹੋਏ ਆਦ ਦੁਸ਼ਟਨ ਮੈਂ ਲਿਖ। ਤੇ ਭਾਈ ਰਤਨ ਸਿੰਘ ਜੀ ਹੁਣ ਪੂਰਾ ਬੀਰ ਰਸ ਵਿੱਚ ਲਿਖਣ ਲੱਗੇ ਤੇ ਕਹਿੰਦੇ ਹੁਣ ਸੁਣੋ ਉਹਨਾਂ ਦੀ ਸਾਖੀ, ਜਿਹੜੇ ਦੁਸ਼ਟਾਂ ਵਿੱਚੋਂ ਦੁਸ਼ਟ, ਦੁਸ਼ਟਾਂ ਵਿੱਚੋਂ ਵੀ ਵੱਡੇ ਦੁਸ਼ਟ। ਮੈਂ ਹੁਣ ਉਹਨਾਂ ਦੀ ਕਥਾ ਵੀ ਸੁਣਾਵਾਂ ਤੁਹਾਨੂੰ। ਜਿਹੜੇ ਕਹਿੰਦੇ ਦੁਸ਼ਟ ਲੋਕ ਹੁੰਦੇ ਆ, ਦੁਸ਼ਟਾਂ ਵਿੱਚੋਂ ਫਿਰ ਅੱਗੇ ਦੁਸ਼ਟ ਕੱਢ ਲਓ, ਜਾਂ ਏਦਾਂ ਮੋਟਾ ਜਾਂ ਪੈਮਾਨਾ ਵੀ 1000 ਦੁਸ਼ਟ ਮਰੇ ਤੇ ਇੱਕ ਬਣੇ, ਫਿਰ ਉਹ 1000 ਮਰੇ ਤੇ ਫਿਰ ਇੱਕ ਬਣੇ। ਕਹਿੰਦੇ ਹੁਣ ਮੈਂ ਉਹਨਾਂ ਦੀ ਕਥਾ ਕਹਿਣ ਲੱਗਾ। ਇਹ ਕੌਣ ਸੀ? ਇਹ ਸੀ ਨਿਰੰਜਨੀਏ। ਇਹਨਾਂ ਵਿੱਚੋਂ ਸਭ ਤੋਂ ਵੱਡਾ ਖੋਟਾ ਦੁਸ਼ਟ ਹੋਇਆ
ਹਰ ਭਗਤ ਨਿਰੰਜਨੀਆਂ। ਆ ਜੰਡਿਆਲੇ ਦਾ ਰਹਿਣ ਵਾਲਾ, ਜਿਹਨੂੰ ਹੁਣ ਜੰਡਿਆਲਾ ਗੁਰੂ ਕਾ ਕਹਿੰਦੇ ਆ ਨਾ, ਉਹ ਵੈਸੇ ਗੁਰੂ ਪਾਤਸ਼ਾਹ ਦਾ ਨਹੀਂ, ਇਹਨਾਂ ਦਾ ਗੁਰੂ ਸੀ ਉਹ ਹਰ ਭਗਤ। ਉਹਦੇ ਕਰਕੇ ਜੰਡਿਆਲਾ ਗੁਰੂ ਕਾ ਕਿਹਾ ਜਾਣ ਲੱਗ ਪਿਆ। ਉਹਨਾਂ ਨੂੰ ਖਾਧਾ ਇਹਨਾਂ ਨੇ ਵੀ ਗੁਰੂ ਘਰ ਤੋਂ ਹੀ, ਬਰਕਤਾਂ ਗੁਰੂ ਘਰੋਂ ਹੀ ਮਿਲੀਆਂ ਸੀ, ਮੁੜ ਕੇ ਗੁਰੂ ਘਰ ਦੇ ਹੀ ਦੋਖੀ ਹੋਏ। ਇਸ ਕਰਕੇ ਭਾਈ ਰਤਨ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਹੁਣ ਮੈਂ ਉਹਨਾਂ ਦੁਸ਼ਟਾਂ ਦੀ ਕਥਾ ਜਿਹੜੀ ਆ ਉਹ ਤੁਹਾਨੂੰ ਸੁਣਾਉਂਦਾ ਹਾਂ। ਗੁਰ ਲੋਪੀ ਕੋਪੀ ਪੰਥੈ, ਨਿੰਦੈ ਜਿਨ ਗੁਰ ਸਿੱਖ। ਜਿਹੜੇ ਗੁਰ ਲੋਪੀ ਸੀ, ਜਿਨ੍ਹਾਂ ਨੇ ਗੁਰੂ ਕੋਲੋਂ ਦਾਤ ਲੈ ਕੇ ਮੁੜ ਕੇ ਉਸੇ ਗੁਰੂ ਨੂੰ ਲੁਕਾ ਦਿੱਤਾ ਵੀ ਮੈਂ ਇਹਦੇ ਕੋਲੋਂ ਨਹੀਂ ਲਈ, ਇਹ ਉਹ ਨੇ। ਫਿਰ ਪੰਥ ਦੇ ਨਾਲ ਇਹਨਾਂ ਨੇ ਬੜੇ ਵਧੀਕੀਆਂ ਕੀਤੀਆਂ। ਭਾਈ ਤਾਰੂ ਸਿੰਘ ਨੂੰ ਇਹਨਾਂ ਨੇ ਫੜਾਇਆ, ਹਰ ਭਗਤ ਨਿਰੰਜਨੀਆਂ। ਬਾਬਾ ਮਤਾਬ ਸਿੰਘ ਜੀ ਮੀਰਾਂ ਕੋਟੀਏ, ਉਹਨਾਂ ਦੇ ਪਿੰਡ 'ਚ ਆ ਕੇ ਬਾਰ-ਬਾਰ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕਰਾ ਕੇ ਫੜਾਉਣ ਵਾਲਾ ਵੀ ਇਹੀ ਸੀ। ਭਾਈ ਰਤਨ ਸਿੰਘ ਜਿਨ੍ਹਾਂ ਨੇ ਕਥਾ ਲਿਖੀ ਆ, ਉਹਨਾਂ ਦੇ ਪਿਓ ਨੂੰ ਗਰਦਨ ਵੱਢ ਕੇ ਸੁੱਟ ਗਏ ਸੀ ਭਾਈ ਰਾਏ ਸਿੰਘ ਉਹਨਾਂ ਦੀ। ਉਹ ਤਾਂ ਪਰਮੇਸ਼ਰ ਨੇ ਥੋੜੇ ਜਿਹੇ ਸਵਾਸ ਚੱਲਦੇ ਸੀ, ਸਾਲ 1.5 ਸਾਲ 2 ਸਾਲ ਦਾ ਬੱਚਾ, ਤੇ ਕਮਾਈ ਨੇ ਉਹ ਤੋਪੇ ਲਾ ਕੇ ਸੀਮਣ ਸੀਮ ਦਿੱਤੀ। ਤੇ ਵੇਖੋ ਉਹਦੇ ਘਰ ਵਿੱਚ ਰਤਨ ਸਿੰਘ ਦਾ ਜਨਮ ਹੋਇਆ ਤੇ ਉਹਨਾਂ ਨੇ ਕਥਾ ਲਿਖਣੀ ਸੀ, ਮਹਾਰਾਜ ਜੀ ਦੀ ਸੇਵਾ ਲੈਣੀ ਸੀ। ਕਹਿੰਦੇ ਹੁਣ ਇਹ ਉਹ ਨਿਰੰਜਨੀਆਂ ਜੰਡਿਆਲੇ ਦਾ ਰਹਿਣ ਵਾਲਾ ਸੀ, ਜਿਹਨੇ ਆਪਣੇ ਗੁਰੂ ਨੂੰ ਅਲੋਪ ਕੀਤਾ ਵੀ ਮੇਰਾ ਗੁਰੂ ਕੋਈ ਨਹੀਂ। ਜਿਹਦੇ ਕੋਲ ਦਾਤ ਲਈ ਉਹਨੂੰ ਹੀ ਅਲੋਪ ਕੀਤਾ। ਪੰਥ ਦੇ ਨਾਲ ਵੈਰ ਕਮਾਇਆ, ਨਿੰਦਾ ਜਿਨ ਗੁਰ ਸਿੱਖ। ਔਰ ਗੁਰੂ ਕੇ ਸਿੱਖ ਇਹਨਾਂ ਦੀ ਨਿੰਦਾ ਕਰਦੇ, ਇਹੋ ਜਿਹੇ ਪਾਪੀਆਂ ਦੀ। ਹਾਂਜੀ। ਮੁਖਤ ਨਿਆਮਤ ਗੁਰ ਦਈ, ਸਕਿਓ ਨ ਸੋ ਪਚਾਏ। ਗੱਲ ਕੀ ਵੀ ਇਹਨਾਂ ਦਾ ਜਿਹੜਾ ਵਡੇਰਾ ਸੀ ਨਾ ਨਿਰੰਜਨੀਆਂ ਦਾ, ਜਿੱਥੋਂ ਇਹ ਚੱਲੇ ਨੇ, ਉਹਨੂੰ ਗੁਰੂ ਸਾਹਿਬ ਨੇ ਮੁਖਤ ਨਿਆਮਤ ਦੇ ਦਿੱਤੀ। ਜਿਹੜੀ ਚੀਜ਼ ਮੁਖਤੀ ਮਿਲੀ ਹੁੰਦੀ ਆ ਨਾ, ਉਹ ਪਛਾਣੀ ਔਖੀ ਹੁੰਦੀ ਹੈ। ਜਿਸ ਜਲ ਤੇ ਪੈਦਾ ਪਇਓ, ਚਹਿ ਸੋ ਜਲੇ ਜਲਾਏ। ਇਸ ਜਲ ਤੋਂ ਪੈਦਾ ਹੋਏ ਸੀ, ਉਸੇ ਜਲ ਨੂੰ ਸਾੜਨਾ ਚਾਹੁੰਦੇ ਨੇ ਮਲੇਛ। ਚੌਪਈ ਪ੍ਰਥਮ ਉਸ ਕੀ ਉਤਪਤੀ ਸੁਨਾਓ। ਪਹਿਲਾਂ ਮੈਂ ਇਸ ਜੰਡਿਆਲੀਏ ਨਿਰੰਜਨੀਏ ਦੀ ਉਤਪਤੀ ਸੁਣਾਉਣਾ ਵੀ ਇਹ ਨਿਰੰਜਨੀਏ ਕਿਵੇਂ ਪੈਦਾ ਹੋਏ। ਪਾਛੇ ਉਸ ਕੇ ਲੱਛਣ ਬਤਾਓ। ਬਾਅਦ ਚ ਉਹਨਾਂ ਦੇ ਲੱਛਣ ਦੱਸਾਂਗਾ। ਪਹਿਲਾਂ ਇਹਨੇ ਪੈਦਾ ਕਿਵੇਂ ਹੋਏ ਨਿਰੰਜਨੀਏ, ਇਹ ਵੀ ਇੱਕ ਸੰਪਰਦਾ ਚੱਲੀ ਨਾ ਨਿਰੰਜਨੀਆਂ ਦੀ। ਕਹਿੰਦੇ ਪੈਦਾ ਕਿਵੇਂ ਹੋਏ, ਪਹਿਲਾਂ ਮੈਂ ਉਹ ਦੱਸ ਦਿਆਂ, ਬਾਅਦ ਚ ਇਹਨਾਂ ਦੇ ਲੱਛਣ ਦੱਸਾਂਗਾ। ਜੱਟ ਕਣਗ ਸੋ ਜੰਡਿਆਲੋ ਸੁਲਤਾਨੀ ਰਹੇ। ਜੱਟਾਂ ਦਾ ਇੱਕ ਗੋਤ ਹੁੰਦਾ ਕਣਗ। ਕਣਗ ਗੋਤ ਦੇ ਨਾਲ ਜੰਡਿਆਲੇ ਦਾ ਰਹਿਣ ਵਾਲਾ ਸੀ ਇੱਕ ਸੁਲਤਾਨੀਆਂ। ਸੁਲਤਾਨੀਆਂ ਯਾਨੀ ਕਿ ਉਹ ਸੁਲਤਾਨੀਏ ਪੀਰ ਦਾ ਚੇਲਾ ਸੀ। ਹਾਂਜੀ। ਨੰਗ ਪੋਖੋਸ ਤਨ ਕੋ ਦਏ। ਭੁੱਖ ਤੇ ਨੰਗ ਉਹਨੂੰ ਡਾਢੀ ਸਤਾਉਂਦੀ ਐ। ਉਨ ਸੁਨਿਓ ਗੁਰ ਲੰਗਰ ਚਲਾਵੇ। ਉਹਦਾ ਨਾਂ ਸੀ ਹਿੰਦਾਲ। ਉਹਨੂੰ ਪਤਾ ਲੱਗਾ ਵੀ ਇੱਥੋਂ ਕੁਝ ਦੂਰੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਦੇ ਲੰਗਰਾਂ 'ਚ ਲੰਗਰ ਬੜੇ ਚੱਲਦੇ ਆ। ਘਰ 'ਚ ਨੰਗ ਭੁੱਖ ਸੀ ਵੀ ਉੱਥੇ ਵਧੀਆ ਖਾਣ ਨੂੰ ਖੀਰ ਕੜਾਹ ਮਿਲਦਾ। ਇਹ ਸੁਣਿਆ, ਉਹਾਂ ਜਾਏ ਲੋਕ ਪੇਟ ਭਰ ਖਾਵੇ। ਉੱਥੇ ਜਾ ਕੇ ਲੋਕ ਪੇਟ ਭਰ ਕੇ ਢਿੱਡ ਭਰ ਕੇ ਖਾਂਦੇ ਨੇ। ਕਰੇ ਟਹਿਲ ਭਾਵੇਂ ਨਾਈ ਕਰਾਏ। ਜ਼ਰੂਰੀ ਨਹੀਂ ਵੀ ਉੱਥੇ ਕੰਮ ਕਰਕੇ ਖਾਣਾ ਪੈਂਦਾ। ਹਿੰਦਾਲ ਨੇ ਵੀ ਸੁਣਿਆ ਵੀ ਉੱਥੇ ਕੋਈ ਕੰਮ ਟਹਿਲ ਕਰੇ, ਸੇਵਾ ਕਰੇ, ਚਾਹੇ ਨਾ ਕਰੇ, ਰੋਟੀ ਜ਼ਰੂਰ ਮਿਲਦੀ ਆ ਉੱਥੇ, ਪ੍ਰਸ਼ਾਦਾ ਜ਼ਰੂਰ ਮਿਲਦਾ। ਤਹਾਂ ਰਿਜਕ ਕੀ ਕਮੀ ਸੁਨਾਈ। ਉੱਥੇ ਰਿਜਕ ਦੀ ਕੋਈ ਕਮੀ ਨਹੀਂ, ਰੋਟੀ ਦੀ ਕੋਈ ਕਮੀ ਨਹੀਂ। ਇਮ ਸੁਨ ਕੇ ਵੈ ਤਹਾਂ ਪਧਰਿਓ। ਸੁਣ ਕੇ ਜੰਡਿਆਲੇ ਤੋਂ ਅੰਮ੍ਰਿਤਸਰ ਸਾਹਿਬ ਕਿਹੜਾ ਜ਼ਿਆਦਾ ਪਿੰਡ ਤੇ 50-60 ਕਿਲੋਮੀਟਰ ਦਾ ਹੀ ਪੰਧ ਹੋਵੇਗਾ ਵਿੱਚ, ਉਹ ਤੋਂ ਵੀ ਘੱਟ ਹੀ ਹੋਣਾ। ਇਹ ਉੱਥੇ ਚਲਿਆ ਗਿਆ। ਜਾਏ ਲਾਂਗਰੀਆਂ ਮਦ ਸੰਚਰਿਓ। ਉੱਥੇ ਜਾ ਕੇ ਸਿੱਧਾ ਪਹਿਲਾਂ ਲਾਂਗਰੀਆਂ ਨਾਲ ਗੱਲਬਾਤ ਕੀਤੀ ਵੀ ਜਿੱਥੇ ਲੰਗਰ ਮਿਲਦਾ, ਲਾਂਗਰੀਆਂ ਦੇ ਨਾਲ ਜਾ ਕੇ ਮਿੱਤਰਤਾ ਪਾਈ। ਪਰੇ ਪੇਟੋਰ ਜਬੋਂ ਖਾਏ। ਸਤਿਗੁਰਾਂ ਦੇ ਦਰਸ਼ਨਾਂ ਨੂੰ ਵੀ ਨਹੀਂ ਆਇਆ, ਸਿੱਧਾ ਪਹਿਲਾਂ ਡਾਇਰੈਕਟ ਲੰਗਰ 'ਚ। ਤੇ ਲਾਂਗਰੀਆਂ ਦੇ ਨਾਲ ਜਾ ਕੇ ਗੱਲਬਾਤ ਕੀਤੀ, ਉਹਨਾਂ ਨਾਲ ਰਲ ਕੇ ਪਹਿਲਾਂ ਸੇਵਾ ਦੇ ਵਿੱਚ ਲੱਗ ਗਿਆ। ਆਟਾ ਗੁੰਨੇ ਬੋ ਚੁਲੇ ਤਪਾਏ। ਲਾਂਗਰੀ ਕਹਿੰਦੇ ਆ ਭਾਈ ਜੇ ਲੰਗ ਦੇ ਵਿੱਚ ਵਧੀਆ ਭਾਜਾ ਸਬਜ਼ਾ ਖਾਣਾ ਤੇ ਲੰਗਰ ਛਕਣਾ ਤੇ ਥੋੜਾ ਬਹੁਤਾ ਤਾਂ ਨਾਲ ਸੇਵਾ ਕਰਿਆ ਕਰ।
ਕਹਿੰਦਾ ਚਲੋ ਮੈਂ ਆਟਾ ਗੁੰਨ ਦਿਆ ਕਰਾਂਗਾ। ਤੂੰ ਇਹਨੇ ਆਟਾ ਗੁੰਨਣ ਦੀ ਸੇਵਾ ਲੈ ਲਈ। ਮਗਜੋਂ ਬੋਏ ਨਾ ਸੁਲਤਾਨੀਅਨ ਗਈ। ਆਟਾ ਜ਼ਰੂਰ ਗੁੰਨਦਾ ਉੱਥੇ ਗੁਰੂ ਕੇ ਲੰਗਰਾਂ 'ਚ, ਪਰ ਦਿਮਾਗ 'ਚੋਂ ਸੁਲਤਾਨੀਆਂ ਪੀਰ ਬੜਿਆ ਹੋਇਆ ਸੀ, ਉਹਦੀ ਮੁਸ਼ਕ ਨਹੀਂ ਗਈ ਅੰਦਰੋਂ, ਦਿਲੋਂ ਉਹਦਾ ਹੀ ਮੁਰੀਦ ਸੀ। ਇਹ ਤਾਂ ਲੰਗਰ ਪ੍ਰਸ਼ਾਦੇ ਵਾਸਤੇ ਭਾਈ ਰਤਨ ਸਿੰਘ ਜੀ ਕਹਿੰਦੇ ਇੱਥੇ ਆ ਗਿਆ। ਹਾਲਾਂਕਿ ਭਾਈ ਸੰਤੋਖ ਸਿੰਘ ਜੀ ਨੇ ਸਾਖੀ ਕੁਝ ਹੋਰ ਢੰਗ ਨਾਲ ਸ਼ਰਧਾ ਭਾਵ ਨਾਲ ਲਿਖੀ ਹੈ। ਭਾਈ ਰਤਨ ਸਿੰਘ ਹੋਣਾ ਦੇ ਟੱਬਰ ਨਾਲ ਇਹਨਾਂ ਨੇ ਵਧੀਕੀਆਂ ਕੀਤੀਆਂ ਸੀ, ਉਸ ਭਾਵ ਨਾਲ ਲਿਖ ਰਹੇ ਨੇ। ਉਹਨਾਂ ਨੇ ਵੇਖਿਆ ਕੋਲ ਰਹਿ ਕੇ ਵੀ ਇਹ ਕਰਦੇ ਕੀ ਰਹੇ ਆ ਨਿਰੰਜਨੀਏ। ਹਰ ਭਗਤ ਨਿਰੰਜਨੀਆਂ ਉਹ ਸੀ ਭਾਈ ਤਾਰੂ ਸਿੰਘ ਨੂੰ ਫੜਾ ਕੇ ਸ਼ਹੀਦ ਕਰਵਾਇਆ ਇਹਨੇ। ਕਿੰਨੇ ਸਿੰਘ ਫੜ ਕੇ ਮੁਖਬਰੀ ਔਰ ਉਹਨਾਂ ਦੀਆਂ ਜ਼ਮੀਨਾਂ ਆਪ ਦੱਬ ਲੈਂਦਾ ਸੀ। ਉਸੇ ਹੰਦਾਲ ਦੇ ਪਰਿਵਾਰ ਚੋਂ ਸੀ ਨਿਰੰਜਨੀਆਂ, ਹਰ ਭਗਤ ਨਿਰੰਜਨੀਆਂ ਨੂੰ ਕਹਿੰਦੇ ਸੀ। ਖੈਰ ਕਹਿੰਦੇ ਇਹਦੇ ਅੰਦਰੋਂ ਜਿਹੜੀ ਉਹ ਸੁਲਤਾਨੀ ਬੂ ਸੀ ਨਾ, ਉਹ ਨਹੀਂ ਗਈ। ਸਿੱਖੀ ਰੀਤ ਕਿਛ ਜਿਗਰ ਨ ਠਈ। ਸਿੱਖੀ ਦੀ ਜਿਹੜੀ ਰੀਤ ਸੀ ਉਹ ਇਹਨੂੰ ਚੰਗੀ ਨਹੀਂ ਸੀ ਲੱਗਦੀ। ਜਿਗਰ ਮੋ ਰਚੇ ਤਬ ਹੀ ਜਾਏ। ਕਹਿੰਦੇ ਜੇ ਮਨ ਨੂੰ ਕੋਈ ਗੱਲ ਜਚੇ ਤਾਂ ਅੰਦਰ ਵਸਦੀ ਹੈ ਨਾ। ਸਿੱਖੀ ਇਹਨੂੰ ਜਚੀ ਨਹੀਂ, ਮਨ ਨੂੰ ਚੰਗੀ ਨਹੀਂ ਲੱਗੀ, ਮਨ ਕਰਕੇ ਤਾਂ ਇਹ ਸੁਲਤਾਨੀਏ ਦਾ ਚੇਲਾ ਹੈ। ਹੋਏ ਸਿਕਲ ਬੋ ਮੁਸਕਲਨ ਤਾਈ। ਕਹਿੰਦੇ ਲੋਹਾ ਜੰਗਾਲਿਆ ਹੋਵੇ ਨਾ ਤੇ ਉਹਦੀ ਗੱਲ ਨਹੀਂ ਬਣਦੀ, ਉਹਨੂੰ ਸਿਕਲ ਕਰਕੇ ਚੰਗੀ ਤਰ੍ਹਾਂ ਉੱਤੋਂ ਜਰ ਲਾਣੀ ਪੈਂਦੀ ਆ, ਫਿਰ ਉਹਦੇ ਤੇ ਕੋਈ ਰੰਗ ਪੇਂਟ ਕੀਤਾ ਜਾਂਦਾ। ਹਾਂਜੀ, ਪਰ ਭਲੇ ਸੋਣ ਸੋ ਘਰੋਂ ਸਿਧਾਇਆ। ਪਰ ਕਹਿ ਸਕਦੇ ਆ ਕੋਈ ਪੂਰਬਲੇ ਕਰਮ ਚੰਗੇ ਹੋਣਗੇ ਇਹਦੇ, ਕੋਈ ਪੂਰਬਲੇ ਜਨਮਾਂ ਦੇ ਚੰਗੇ ਕਰਮ ਹੋਣਗੇ। ਮੁਖਤ ਝਾਕਾ ਸ਼੍ਰੀ ਸਤਿਗੁਰ ਲਾਇਆ। ਇਹ ਲੰਗਰ ਵਿੱਚੋਂ ਨਹੀਂ ਗਿਆ ਮਹਾਰਾਜ ਜੀ ਦੇ ਦਰਸ਼ਨਾਂ ਨੂੰ, ਤੇ ਮੁਫਤ ਵਿੱਚ ਹੀ ਸਤਿਗੁਰਾਂ ਦੇ ਦਿਆਲੂ ਦਰਸ਼ਨ ਉਹ ਇਹਨੂੰ ਪ੍ਰਾਪਤ ਹੋ ਗਏ। ਉਸੇ ਝਾਕੇ ਮਦ ਕੀਓ ਨਿਹਾਲ। ਜਿਹੜੀ ਇੱਕ ਝਾਕੀ ਸੀ ਨਾ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਦਰਸ਼ਨਾਂ ਦੀ, ਉਹਨੇ ਇਹਨੂੰ ਨਿਹਾਲ ਕਰ ਦਿੱਤਾ। ਮੁਫਤੀ ਦਾ ਝਾਕਾ ਮਿਲ ਗਿਆ, ਉਹ ਗਿਆ ਨਹੀਂ। ਉਹ ਵੀ ਦੱਸਦੇ ਨੇ ਅੱਗੇ, ਜਰ ਨਾ ਸਕਿਓ ਵੈ ਜੱਟ ਹਿੰਦਾਲ। ਕਹਿੰਦੇ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਉਹ ਹਿੰਦਾਲ ਜਰ ਨਹੀਂ ਸਕਿਆ, ਜੋ ਮਿਲਿਆ ਨਾ ਉਹਨੂੰ ਬਰਦਾਸ਼ਤ ਨਹੀਂ ਕਰ ਸਕਿਆ। ਦੋਹਰਾ ਇੱਕ ਦਿਨ ਉੱਠ ਸ਼੍ਰੀ ਸਤਿਗੁਰੂ ਗਏ ਸੋ ਲੰਗਰ ਦਾਏ। ਕਹਿੰਦੇ ਕਿਵੇਂ ਬਖਸ਼ਿਸ਼ ਹੋਈ ਇਹਦੇ ਤੇ, ਉਹ ਹੁਣ ਸੁਣੋ। ਇੱਕ ਦਿਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਨੇ ਲੰਗਰ 'ਚ ਗੇੜਾ ਮਾਰਨ ਗਏ। ਲੰਗਰ ਦਾ ਵੀ ਪ੍ਰਬੰਧ ਵੇਖਦੇ ਸਤਿਗੁਰੂ ਜੀ, ਜਾ ਕੇ ਵੀ ਕਮੀ ਪੇਸ਼ੀ ਹੋਣੀ ਉਹ ਦੂਰ ਕਰਾਉਂਦੇ ਸਤਿਗੁਰੂ। ਲੰਗਰ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਦਾਂ ਹੀ ਫੇਰਾ ਮਾਰਨ ਗਏ। ਉੱਠੇ ਸਿੱਖ ਚਰਨੀ ਲੱਗੇ ਹਿੰਦਾਲ ਪਿਆਇਓ ਤਾਏ। ਜਿੱਥੇ ਲੰਗਰ ਪੱਕਦਾ ਸੀ ਉੱਥੇ ਗਏ ਸਤਿਗੁਰੂ ਰਸੋਈ 'ਚ, ਤੇ ਜਿੰਨੇ ਉੱਥੇ ਸਿੱਖ ਸੀ ਸਾਰੇ ਉੱਠ ਕੇ ਨਾ ਮਹਾਰਾਜ ਜੀ ਦੇ ਚਰਨਾਂ 'ਚ ਉਹਨਾਂ ਨੇ ਸਭ ਨੇ ਮੱਥਾ ਟੇਕਿਆ ਕਿ ਦੀਨ ਦਿਆਲ ਸਤਿਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਰੇ ਸਿੱਖਾਂ ਨੇ ਮੱਥਾ ਟੇਕਿਆ। ਚੌਪਈ ਔਰ ਸਿੱਖ ਚਰਨੀ ਹੱਥ ਲਾਏ। ਬਾਕੀ ਜਿੰਨੇ ਸਿੱਖ ਸੀ ਸਭ ਨੇ ਸਤਿਗੁਰਾਂ ਦੇ ਚਰਨਾਂ ਤੇ ਹੱਥ ਲਾ ਕੇ ਨਾ ਚਰਨਾਂ ਨੂੰ ਛੂਹ ਕੇ ਸਪਰਸ਼ ਕਰਕੇ ਮੱਥਾ ਟੇਕਿਆ। ਹੁਤ ਹਿੰਦਾਲ ਆਟੇ ਹੱਥ ਲਿਬੜਾਏ। ਨਾਲ ਆਟਾ ਗੁੰਨ ਰਿਹਾ ਸੀ, ਇਹਦੇ ਹੱਥ ਲਿਬੜੇ ਹੋਏ ਆਟੇ ਨਾਲ। ਸੋ ਉਨ ਸੋਚ ਇਤਨਕ ਲਈ ਧਾਰ। ਬਸ ਸੋਚਿਆ ਹੀ ਮਨ ਚ, ਵੇਖੋ ਕਿੰਨੇ ਕੁ ਫੁਰਨੇ ਦਾ, ਕਿੰਨੀ ਵੱਡੀ ਦਾਤ ਗੁਰੂ ਸਾਹਿਬ ਨੇ ਦੇ ਦਿੱਤੀ। ਉਹਨੇ ਬਸ ਮਨ ਚ ਇੰਨਾ ਹੀ ਸੋਚਿਆ, ਮਤ ਆਟੋ ਲਗ ਗੁਰ ਪਗ ਹੋਏ ਖਵਾਰ। ਮੈਂ ਜੇ ਹੱਥਾਂ ਨਾਲ ਸਤਿਗੁਰਾਂ ਦੇ ਚਰਨ ਛੂਏ ਤੇ ਸਤਿਗੁਰਾਂ ਦੇ ਚਰਨ ਲਿਬੜ ਜਾਣਗੇ। ਬਸ ਇੰਨਾ ਹੀ ਭਾਵਨਾ ਨਾਲ ਨਾ, ਬਸ ਇੰਨਾ ਕੁ ਫੁਰਨਾ ਹੀ ਕੀਤਾ ਤੇ ਸਤਿਗੁਰੂ ਜੀ ਨਿਹਾਲ ਕਰਨ ਲੱਗੇ ਇਹਨੂੰ। ਇਹਨੇ ਇੰਨਾ ਹੀ ਸੋਚਿਆ ਹਿੰਦਾਲ ਨੇ ਕਿ ਮੇਰੇ ਆਟੇ ਨਾਲ ਹੱਥ ਲਿਬੜੇ ਨੇ ਤੇ ਸਤਿਗੁਰਾਂ ਨੂੰ ਜੇ ਚਰਨਾਂ ਨੂੰ ਛੂਹਿਆ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਆਟਾ ਲੱਗ ਜਾਏਗਾ, ਮੈਲੇ ਹੋ ਜਾਣਗੇ ਚਰਨ। ਹੱਥ ਜੋੜ ਉਨ ਪਿੱਠ ਪਰ ਧਰੇ। ਪਰ ਉਹਨੇ ਕੀ ਕੀਤਾ ਵੀ ਮੱਥਾ ਤਾਂ ਟੇਕਣਾ ਨਾ,
ਉਹਨੇ ਹੱਥ ਪਿਛਲੇ ਪਾਸੇ ਨਾ ਪਿੱਠ ਤੇ ਜੋੜ ਕੇ ਪਿਛਲੇ ਪਾਸੇ ਨੂੰ ਕਰਕੇ ਤੇ ਮਹਾਰਾਜ ਜੀ ਦੇ ਚਰਨਾਂ ਤੇ ਏਦਾਂ ਮੱਥਾ ਰੱਖਿਆ, ਹੱਥ ਪਿਛਲੇ ਪਾਸੇ ਪਿੱਠ ਤੇ ਕਰ ਲਏ। ਹਾਂਜੀ, ਸੀਸ ਝੁਕਾਏ ਪਰ ਚਰਨੀ ਤਰੇ, ਔਰ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ। ਦੇਖ ਸਤਿਗੁਰ ਉਸ ਚਿੱਤ ਕੀ ਸੋਚ। ਮਹਾਰਾਜ ਜੀ ਨੇ ਵੇਖਿਆ ਨੇ, ਮਨ 'ਚ ਇੰਨਾ ਸੋਚਿਆ ਵੀ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਕਿ ਗੁਰੂ ਸਾਹਿਬ ਦੇ ਚਰਨ ਨਾ ਮੈਲੇ ਹੋ ਜਾਣ। ਉਹਦੇ ਮਨ ਦੀ ਗੁਰੂ ਰਾਮਦਾਸ ਪਾਤਸ਼ਾਹ ਨੇ ਬੁੱਝ ਲਈ, ਜਾਣ ਲਈ। ਕਰੀ ਸੁਦ੍ਰਿਸ਼ਟ ਗੁਰ ਉਸ ਵੱਲ ਲੋਚ। ਬਸ ਇੰਨਾ ਕਿ ਉਹਦਾ ਸੋਚਣਾ ਸੀ ਤੇ ਗੁਰੂ ਸਾਹਿਬ ਨੇ ਦਇਆ ਦ੍ਰਿਸ਼ਟੀ ਕਰਕੇ ਵੀ ਇੱਥੇ ਸੰਕੇਤ ਵੀ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਇੱਕ ਤਿਲ ਮਾਤਰ ਵੀ ਕਾਲੀ ਕਾਲਣਾ ਆਪਣੇ ਸੇਵਕ ਦੀ ਅਜਾਈ ਨਹੀਂ ਜਾਣ ਦਿੰਦੇ। ਇੱਕ ਤਿਲ ਮਾਤਰ ਕਾਲੀ ਕਾਲਣਾ, ਕਿੰਨੀ ਕੁ ਕਾਲਣਾ ਸੀ? ਤਿਲ ਮਾਤਰ। ਮਨ 'ਚ ਇੰਨਾ ਕੀ ਸੋਚਿਆ ਕਿ ਸਤਿਗੁਰਾਂ ਦੇ ਚਰਨ ਨਾ ਕਿਤੇ ਮੈਲੇ ਹੋ ਜਾਣ, ਆਟਾ ਨਾ ਲੱਗ ਜੇ ਗੁਰੂ ਸਾਹਿਬ ਦੇ ਚਰਨਾਂ ਨੂੰ, ਤੇ ਮੈਂ ਹੱਥ ਪਿੱਛੇ ਕਰਕੇ ਮੱਥਾ ਟੇਕ ਲਵਾਂ। ਬਸ ਇੰਨਾ ਕੀ ਫੁਰਨਾ ਕੀਤਾ ਸੀ ਸ਼ੁਭ। ਤੇ ਗੁਰੂ ਸਾਹਿਬ ਜੀ ਨੇ ਤਰਸਤ ਕੀਤਾ, ਫਿਰ ਦਇਆ ਦੇ ਘਰ ਵਿੱਚ ਆਏ। ਸਤਿਗੁਰੂ ਦਿਆਲੂ ਬੜੇ ਨੇ ਗੁਰੂ ਰਾਮਦਾਸ ਪਾਤਸ਼ਾਹ, ਤਾਂ ਇੰਨੇ ਦਿਆਲੂ ਨੇ, ਇੰਨੇ ਮਿਹਰਾਂ ਦੇ ਸਾਈਂ ਨੇ ਸਤਿਗੁਰੂ ਜੀ। ਜਿਹੜਾ ਸ਼ਰਨ ਆਉਂਦਾ ਪਾਤਸ਼ਾਹ ਦਇਆ ਦ੍ਰਿਸ਼ਟੀ ਦੇ ਨਾਲ ਉਹਨੂੰ ਨਿਹਾਲ ਤੇ ਕਰਤਾਰਥ ਕਰ ਦਿੰਦੇ ਨੇ। ਕੋਈ ਆਵੇ, ਹੁਣ ਵੀ ਆ ਜਾਏ ਸਤਿਗੁਰਾਂ ਦੇ ਚਰਨਾਂ 'ਚ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਕਿਹੜਾ ਕੋਈ ਖਾਲੀ ਪਰਤ ਕੇ ਆਉਂਦਾ। ਹਾਂਜੀ, ਇਤਨਕ ਸੋਚ ਪਰ ਭਏ ਦਿਆਲ। ਪਾਸੇ ਦੀ ਇੰਨੀ ਕੁ ਸੋਚ ਸੀ ਨਾ ਜਿਹੜੀ, ਉਹਦੇ ਨਾਲ ਹੀ ਦਿਆਲੂ ਹੋ ਗਏ ਸਤਿਗੁਰੂ, ਰੀਝ ਪਏ। ਕਰ ਦੀਨੋ ਹਿੰਦਾਲ ਨਿਹਾਲ। ਮਹਾਰਾਜ ਜੀ ਨੇ ਹਿੰਦਾਲ ਨੂੰ ਨਿਹਾਲ ਕਰ ਦਿੱਤਾ। ਤਨਕ ਸੋਚ ਤੇ ਵੱਡ ਮੋਜ ਦਈ। ਉਹਦੇ ਮਨ ਦੀ ਥੋੜੀ ਜੀ ਸੋਚ ਨਾਲ ਮਹਾਰਾਜ ਜੀ ਨੂੰ ਵੱਡੀ ਮੌਜ, ਆਨੰਦ ਬਖਸ਼ ਦਿੱਤਾ। ਮੁਕਤ ਨਿਆਮਤ ਉਸ ਇਮ ਆਈ। ਫਿਰ ਇਹਨੂੰ ਤਾਂ ਇਹੀ ਕਹਾਂਗੇ ਨਾ ਵੀ ਮੁਕਤ ਨਿਆਮਤ ਮਿਲ ਗਈ। ਮੁਕਤੀ ਨਿਆਮਤ ਮਿਲੀ ਸੀ ਗੰਗੂ ਸ਼ਾਹ ਨੂੰ, ਮੁਕਤੀ ਨਿਆਮਤ ਹੀ ਕਹਿੰਦੇ ਮਿਲੀ ਹਿੰਦਾਲ ਨੂੰ। ਹਾਂਜੀ, ਮੁਕਤ ਨਿਆਮਤ ਹੱਥ ਤੋਂ ਆਏ। ਜਿਹੜੀ ਕੋਈ ਨਿਆਮਤ ਮੁਫਤੀ ਜੀ ਮਿਲ ਜੇ ਨਾ, ਏਦਾਂ ਹੀ ਹੋਵੇ ਕੀਮਤੀ, ਪਰ ਉਦਾਂ ਹੀ ਬੰਦੇ ਨੂੰ ਮਿਲ ਜੇ। ਹੋਏ ਪਲ ਪਾਂਡੋ ਤੋ ਰੱਖੇ ਪਚਾਏ। ਕਹਿੰਦੇ ਉਹ ਤਾਂ ਟਿਕਾਈ ਜਾ ਸਕਦੀ ਜੇ ਕਿ ਭਾਂਡਾ ਚੰਗਾ ਹੋਵੇ। ਜੇ ਭਾਂਡਾ ਮਾੜਾ ਤੇ ਵਿੱਚ ਚੰਗੀ ਵਸਤੂ ਵੀ ਪਾਈ ਖਰਾਬ ਹੋ ਜਾਂਦੀ। ਹਾਂਜੀ, ਕੱਚੇ ਬਾਸਨ ਰਹੇ ਨਾ ਨੀਰ। ਜਿਵੇਂ ਕੱਚਾ ਭਾਂਡਾ ਹੋਵੇ ਤੇ ਉਹਦੇ 'ਚ ਪਾਣੀ ਤਾਂ ਨਹੀਂ ਰੱਖ ਸਕਦੇ ਆਪਾਂ। ਹਾਂਜੀ, ਜੇਕਰ ਰਾਖੋ ਬਹੁਤ ਤਦਬੀਰ। ਬਹੁਤ ਤਦਬੀਰ ਨਾਲ ਰੱਖਣਾ ਵੀ ਚਾਹੋ ਤੇ ਕੱਚੇ ਭਾਂਡੇ 'ਚ, ਜਿਹਨੂੰ ਅੱਗ ਨਾਲ ਪਕਾਇਆ ਨਾ ਹੋਵੇ ਭਾਂਡੇ ਨੂੰ, ਉਹਦੇ 'ਚ ਪਾਣੀ ਕਿੰਨਾ ਕੁ ਚਿਰ ਰੱਖਾਂਗੇ। ਦੋਹਰਾ ਮੁਕਤ ਨਿਆਮਤ ਗੁਰ ਬਚਨ ਕੋ ਰਾਖੇ ਗੈਰ ਗੰਭੀਰ। ਗੁਰੂ ਸਾਹਿਬ ਕੋਲੋਂ ਨਿਆਮਤ ਮਿਲੀ ਹੋਵੇ, ਕੋਈ ਵਿਰਲਾ ਹੀ ਹੈ ਗੈਰ ਗੰਭੀਰ, ਜਿਹੜਾ ਸਤਿਗੁਰਾਂ ਦੀ ਦਿੱਤੀ ਦਾਤ ਨੂੰ ਆਪਣੇ ਅੰਦਰ ਸਮੋ ਸਕੇ, ਸੰਭਾਲ ਸਕੇ। ਕਨਕ ਕਟੋਰੇ ਬਾਹਰੋ ਟਿਕੇ ਨਾ ਬਾਗਨ ਛੀਰ। ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਤੋਂ ਬਿਨਾਂ ਨਹੀਂ ਟਿਕਦਾ ਕਿਸੇ ਦੂਜੇ ਭਾਂਡੇ 'ਚ, ਉਹਦੀ ਤਸੀਰ ਇਹੋ ਜਿਹੀ ਆ, ਕਿਸੇ ਦੂਜੇ ਭਾਂਡੇ 'ਚ ਟਿਕਦਾ ਹੀ ਨਹੀਂ। ਉਹਨੂੰ ਸੋਨੇ ਦੇ ਭਾਂਡੇ 'ਚ ਟਿਕਾਇਆ ਜਾ ਸਕਦਾ। ਏਦਾਂ ਗੁਰੂ ਸਾਹਿਬ ਵੱਲੋਂ ਮਿਲੀ ਦਾਤ ਨੂੰ ਕੋਈ ਸ਼ੁੱਧ ਅੰਤਸ਼ ਕਰਨ ਵਾਲਾ ਹੀ ਹਿਰਦੇ 'ਚ ਸੰਭਾਲ ਸਕਦਾ। ਇਹਦਾ ਭਾਂਡਾ ਤਿਆਰ ਨਹੀਂ ਸੀ, ਵਸਤੂ ਮਿਲ ਗਈ, ਸੰਭਾਲ ਨਹੀਂ ਸਕਿਆ। ਉਹਦਾ ਅੱਗੇ ਜ਼ਿਕਰ ਆ ਰਿਹਾ, ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚੋਂ ਕਥਾ ਸਰਵਣ ਕਰੋਗੇ ਕਿ ਨਿਰੰਜਨੀਆਂ ਨੇ ਵੀ ਗੁਰੂ ਘਰ ਨਾਲ ਬੜਾ ਵੈਰ ਕਮਾਇਆ। ਭਾਈ ਰਤਨ ਸਿੰਘ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਗੁਰੂ ਘਰ ਦਾ ਪ੍ਰਸੰਗ, ਇਤਿਹਾਸ ਕਥਨ ਕਰਦੇ ਆ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਆਪ ਸਮੂਹ ਸੰਗਤ ਬਖਸ਼ਣ ਯੋਗ ਹੋ, ਬਖਸ਼ ਲੈਣਾ। ਅਰਦਾਸ ਕਰਨੀ ਸਾਹਿਬ ਦੇ ਚਰਨਾਂ 'ਚ ਕਿ ਪਾਤਸ਼ਾਹ ਗਾਂ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ।
ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਏਓ, ਨਾਨਕ ਚਾਉ ਏਓ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਕ। ਪਰੰਪਰ ਹਰ ਹਰੇ, ਹੈ ਪੀਓ ਅਣਹਾਰੇ। ਹੈ ਸੰਤਹ ਕੈ ਸਦਾ ਸੰਗ, ਧਾਰਾ ਆਧਾਰ। ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।